ਪੰਜਾਬ ਦੇ ਵਿੱਚ ਭਖਦਾ ਮਾਹੌਲ, ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੀ ਗੱਲ, ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ, ਕਿਸਾਨੀ ਮੁੱਦੇ ਤੋਂ ਲੈ ਕੇ ਡਿੱਗਦੇ ਹੋਏ ਵਹੀਕਲ ਸੜਕਾਂ ਦੇ ਉੱਪਰ ਦੀ ਗੱਲ। ਲੁਧਿਆਣੇ 'ਚ ਕੱਲ ਰਮਨੀਤ ਬਿੱਟੂ ਜੀ ਆਏ, ਕਹਿੰਦੇ ਮੇਰੇ ਤੇ ਪਰਚਾ ਦਰਜ ਕਰ ਦਿਓ। ਬਿੱਟੂ ਦਾ ਨਾ ਕੋਈ ਦਿਮਾਗੀ ਸੰਤੁਲਨ ਖੋ ਬੈਠੇ ਆ। ਪੰਜਾਬ ਤਾਂ ਪਹਿਲਾਂ ਹੀ ਹੈ, ਨਵਾਂ ਵੀ ਹੈ, ਤੁਹਾਡੇ ਵੱਲੋਂ ਕਿਹੜਾ ਨਵਾਂ ਹੋ ਗਿਆ? ਕੋਈ ਗਲੀ ਮਹੱਲਾ ਐਸਾ ਨਹੀਂ ਜਿੱਥੇ ਲੁੱਟਾਂ ਖੋਹਾਂ ਨਹੀਂ ਹੋ ਰਹੀਆਂ। ਮਾਫੀਆ, ਭ੍ਰਸ਼ਟਾਚਾਰ ਔਰ ਇਹਦੇ ਨਾਲ ਨਾਲ ਲਾਅ ਐਂਡ ਆਰਡਰ। ਤੁਹਾਡੀ ਸਰਕਾਰ ਹੀ ਰਹੀ ਹੈ 10 ਸਾਲ ਤੁਸੀਂ ਸਾਂਝੀ ਸਰਕਾਰ ਚਲਾਈ ਸੀਗੀ, ਔਰ ਸਭ ਤੋਂ ਜ਼ਿਆਦਾ ਇਲਜ਼ਾਮ ਵੀ ਤੁਹਾਡੀ ਸਰਕਾਰ ਤੇ ਲੱਗੇ ਸੀ ਕਿ ਨਸ਼ਾ ਜਿਹੜਾ ਹੈ ਤੁਸੀਂ ਕਰਨ ਨਾਲ ਰਲ ਕੇ ਚਲਾਉਂਦੇ ਰਹੇ ਹੋ। ਸਮਝਣਾ ਚਾਹੀਦਾ ਸੀਗਾ ਸਾਡੇ ਅਲਾਈਅੰਸ ਪਾਰਟਨਰ ਨੂੰ, ਉਹਨੇ ਸਮਝਿਆ ਨਹੀਂ। ਸਰਕਾਰ ਨੇ ਇਹਦੇ ਤੇ ਕੁਝ ਉਪਰਾਲੇ ਸ਼ੁਰੂ ਕੀਤੇ ਨੇ ਨਾ, ਤੇ ਜਿਨ੍ਹਾਂ ਦੇ ਢਿੱਡ 'ਚ ਪੀੜ ਹੋ ਰਹੀ ਹੈ, ਫਿਰ ਸ਼ੰਕੇ ਪੈਦਾ ਹੁੰਦੇ ਨੇ। ਬੀਜੇਪੀ ਨਾਲ ਰਲ ਕੇ ਅਸੀਂ ਇਲੈਕਸ਼ਨ ਨਹੀਂ ਲੜਾਂਗੇ, ਕਿ ਕੀ ਕੁਛ ਇਹ ਖਿਚੜੀ ਪੱਕ ਰਹੀ ਹੈ ਤੁਹਾਡੇ ਦਰਮਿਆਨ ਔਰ ਕੈਪਟਨ ਸਾਹਿਬ ਦੇ ਦਰਮਿਆਨ? ਕਾਨੂੰਨ ਤਾਂ ਅੱਜ ਲਾਗੂ ਨਹੀਂ ਹੈਗਾ। ਜਦੋਂ ਇਹ ਕਾਨੂੰਨ ਲਿਆਂਦਾ ਗਿਆ, ਜਿੱਦਣ ਤੋਂ ਇਹ ਪਾਸ ਹੋਇਆ, ਉਸ ਤੋਂ ਬਾਅਦ 3 ਫਸਲਾਂ ਵਿਕੀਆਂ। ਇੱਕ ਝੋਨੇ ਦੀ ਫਸਲ ਵਿਕੀ, ਦੂਜੀ ਕਣਕ ਦੀ ਫਸਲ ਵਿਕੀ, ਤੀਜੀ ਹੁਣ ਝੋਨੇ ਦੀ ਫਸਲ ਵਿਕੀ। ਬਜਾਏ ਇਸ ਗੱਲ ਨੂੰ ਜਿੱਦ ਕਰਦੇ ਹੋਏ ਕਿ ਜੀ ਨਹੀਂ ਜੀ ਅਸੀਂ ਤਾਂ ਕਾਨੂੰਨ ਹੀ ਰੱਦ ਕਰਾਣੇ ਆ। ਮੈਂ ਕੱਲ ਦੀ ਇੰਟਰਵਿਊ ਸੁਣ ਕੇ ਨਾ ਇੱਕ ਜਥੇਬੰਦੀ ਦੇ ਲੀਡਰ ਦੀ ਬੜਾ ਪਰੇਸ਼ਾਨ ਹੋਇਆ। ਮੈਂ ਨਾਮ ਵੀ ਦੱਸ ਰਿਹਾ ਤੁਹਾਨੂੰ, ਰੁਲਦੂ ਸਿੰਘ ਮਾਨਸਾ ਵਾਲੇ ਜਿਹੜੇ ਨੇ, ਇਸ ਢੰਗ ਦੀ ਇੰਟਰਵਿਊ ਕਿ ਅਸੀਂ ਤਾਂ ਜੀ ਨਵੇੜਨਾ ਹੀ ਨਹੀਂ ਜੀ, ਅਸੀਂ ਤਾਂ ਕਰਨਾ ਹੀ ਨਹੀਂ ਚਾਹੁੰਦੇ ਜੀ, ਅਸੀਂ ਤੁਹਾਨੂੰ 2022 ਤੱਕ ਲੈ ਜਾਂਦੇ ਰਹੀ ਹੈ। ਦੇਖੋ ਪੰਜਾਬ ਸਰਕਾਰ ਨਕੰਮੀ ਸਰਕਾਰ, ਨਲਾਇਕ ਸਰਕਾਰ ਹੈ ਇਹ। ਹੁਣ ਤਾਂ ਤੁਹਾਨੂੰ ਬੜੀ ਮਤਲਬ ਦੀ ਗੱਲ ਦੱਸਣ ਲੱਗੇ, ਹੁਣ ਤਾਂ ਚੰਨੀ ਜੀ ਵੀ ਆ ਗਏ। ਸੁਣੋ ਮੈਨੂੰ ਤਾਂ ਨਾ ਇਹ ਹਾਸੀ ਜਿਹੀ ਆਉਂਦੀ ਹੈ। ਇਹ ਉਹ ਮਦਾਰੀਆਂ ਦਾ ਸ਼ੋਅ ਜਿੱਦਾਂ ਚੱਲਦਾ ਹੁੰਦਾ ਨਾ, ਮੇਰਾ ਮੰਜਾ ਬਿਸਤਰਾ ਇੱਥੇ ਲੱਗ ਜਾਣਾ, ਉਹ ਮੰਜਾ ਬਿਸਤਰਾ ਨਹੀਂ ਲੱਭਦਾ ਉਹਨਾਂ ਦਾ। ਮੰਤਰੀ 9 ਵਜੇ ਪਹੁੰਚਿਆ ਕਰਨਗੇ ਜੀ, ਛਾਪੇ ਵੱਜਿਆ ਕਰਨਗੇ ਜੀ, ਫਲਾਣਾ ਹੋ ਜਾ। ਬੱਸ ਸਟੈਂਡ ਤੇ ਲੁਧਿਆਣੇ ਦੇ ਆ ਕੇ ਗਿਆ ਰਾਜਾ ਬਣੀ, ਕਹਿੰਦੇ ਜੀ ਇਹ ਕਰ ਦਾਂਗੇ। ਲੰਮਾ ਤੁਹਾਨੂੰ ਸੁਣੇ ਚੱਲੋ ਮੇਰੇ ਨਾਲ, ਮੈਂ ਤੁਹਾਨੂੰ ਹੁਣੇ ਥੋੜੀ ਦੇਰ 'ਚ ਭਰਨੀ ਹੈ ਨਜਾਇਜ਼ ਬੱਸ, ਥੋੜੀ ਦੇਰ 'ਚ ਭਰਨੀ। ਚਲੋ ਪਰਚਾ ਕਾਹਦਾ ਦਰਜ ਕਰਨ ਦੀ ਮੇਰਾ ਇੱਕ ਸਵਾਲ ਹੈ, ਕਾਹਦਾ ਪਰਚਾ ਦਰਜ ਕਰਨ? ਕਦੇ ਕਿਸ ਤਰ੍ਹਾਂ ਦੀ ਸਟੇਟਮੈਂਟ, ਕਦੇ ਕਹਿੰਦੇ ਮੈਂ ਕਰਾਇਆ ਅਸ਼ਵਨੀ ਸ਼ਰਮੇ ਤੇ ਹਮਲਾ, ਪਰਚਾ ਦਰਜ ਕਰਦੇ। ਪਰਚੇ ਤਾਂ ਉਹਨਾਂ ਦੇ ਕਈ ਦਰਜ ਹੋਣੇ ਚਾਹੀਦੇ ਆ। ਫਿਰ ਉਹ ਜਦੋਂ ਦੇ MP ਬਣੇ ਹੈ, ਪਹਿਲਾਂ ਤਾਂ ਲੁਧਿਆਣੇ 'ਚੋਂ ਗਾਇਬ ਨੇ, ਪਹਿਲਾਂ ਤਾਂ ਇਹਦਾ ਪਰਚਾ ਬਣਾ ਕਿ ਉਹਨਾਂ ਨੇ ਲਿਆ ਕਿ ਬਈ ਮੈਂ ਇਸ ਚੀਜ਼ ਦਾ ਗੁਨੇਗਾਰ ਹਾਂ, ਉਹਨਾਂ ਨੇ ਆਪਣੇ ਤੇ ਗੱਲ ਲਈ ਹੈ, ਫਿਰ ਕਿਸੇ ਨੇ ਸਟੰਟ ਕਰ ਲਿਆ। ਹੋਰ ਤਾਂ ਕੁਛ ਨਹੀਂ ਇਸ ਤੋਂ ਇਲਾਵਾ ਕਿ ਜੀ ਮੈਂ ਲੋਕਾਂ ਦਾ ਬੜਾ ਹਮਦਰਦ ਹਾਂ, ਮੇਰੇ ਤੇ ਪਰਚਾ ਦਰਜ ਕਰ ਲਿਆ। ਇਹ ਬੜੀ ਸ਼ਰਮ ਦੀ ਗੱਲ ਹੈਗੀ ਹੈ ਕਿ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ, ਲੋਕ ਸਭਾ ਦੇ ਵਿੱਚ ਪ੍ਰਤੀਨਿਧ ਕਰਦੇ ਹੋ ਲੁਧਿਆਣੇ ਦਾ। ਤੁਸੀਂ ਲੁਧਿਆਣੇ ਨੂੰ ਦਿੱਤਾ ਕੀ ਹੈ? ਇਹਦੇ ਦੇ ਵਿਚਾਰ ਆਪਣੇ ਜਰਾ ਅੰਦਰ ਝਾਤੀ ਮਾਰੋ ਤੁਸੀਂ। ਨਮਸਕਾਰ, ਨਿਊਜ਼ ਨੈਸ਼ਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਭਾਸ ਸ਼ੁਕਲਾ ਇੱਕ ਵਾਰੀ ਫੇਰ ਸਵਾਗਤ ਕਰਦਾ ਹਾਂ। ਸਾਥੀਓ, 2022 ਦੀਆਂ ਚੋਣਾਂ ਇੱਕ ਦਿਨ ਕਰਕੇ ਨੇੜੇ ਆ ਰਹੀਆਂ ਨੇ। ਪੰਜਾਬ ਦੇ ਵਿੱਚ ਭਖਦਾ ਮਾਹੌਲ, ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੀ ਗੱਲ, ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ, ਕਿਸਾਨੀ ਮੁੱਦੇ ਤੋਂ ਲੈ ਕੇ ਡਿੱਗਦੇ ਹੋਏ ਵਹੀਕਲ ਸੜਕਾਂ ਦੇ ਉੱਪਰ ਦੀ ਗੱਲ, ਸਭ ਕੁਝ ਪੰਜਾਬ 'ਚ ਹੋ ਰਿਹਾ ਹੈ। ਟੋਏ ਪੈ ਰਹੇ ਨੇ ਪੰਜਾਬ ਦੇ ਸੜਕਾਂ ਦੇ ਉੱਪਰ, ਲੇਕਿਨ ਭਾਜਪਾ ਇਸ ਨੂੰ ਨਵਾਂ ਕਰਨਾ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਪਿਛਲੇ ਦਿਨੀ ਤੁਸੀਂ ਮੀਟਿੰਗ ਦੇਖੀ, ਬੜੀ ਹੱਲਾਸ਼ੇਰੀ ਹੋਈ, ਸੈਂਟਰ ਤੋਂ ਵੱਡੇ ਚਿਹਰੇ ਆਏ, ਉਹਨਾਂ ਨੇ ਪੰਜਾਬ ਦੇ ਵਰਕਰਾਂ ਨੂੰ ਇੱਕ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ। ਕੈਪਟਨ ਸਾਹਿਬ ਦੇ ਇੱਕ ਕਦਮ ਦੇਖੇ ਜਾ ਰਹੇ ਨੇ ਪੰਜਾਬ ਭਾਜਪਾ ਦੇ ਤੌਰ ਤੇ, ਔਰ ਬੜਾ ਕੁਝ ਬਦਲ ਰਿਹਾ ਹੈ 2022 ਵਾਸਤੇ। ਇਹ ਵੀ ਸੁਣਨ 'ਚ ਆ ਰਿਹਾ ਹੈ ਕਿ ਪੰਜਾਬ ਭਾਜਪਾ ਗੱਠਜੋੜ ਕਰੇਗੀ ਕੈਪਟਨ ਸਾਹਿਬ ਨਾਲ, ਲੇਕਿਨ ਇਹ ਅਫਵਾਹਾਂ ਹੀ ਹੋ ਸਕਦੀਆਂ ਨੇ ਜਦ ਤੱਕ ਇਹਦੇ ਜਵਾਬ ਨਾ ਮਿਲਣ। ਸੋ ਇਸ ਕਰਕੇ ਅੱਜ ਅਸੀਂ ਇੱਕ ਸ਼ਖਸੀਅਤ ਨਾਲ ਤੁਹਾਨੂੰ ਫਿਰ ਰੂਬਰੂ ਕਰਾਉਣ ਆਏ ਹਾਂ। ਉਹ ਸ਼ਖਸੀਅਤ ਜੋ ਤੁਸੀਂ ਬੇਬਾਕੀ ਨਾਲ ਸੁਣਦੇ ਦੇਖਿਆ ਹੈ ਹਰ ਚੈਨਲ ਦੇ ਉੱਪਰ, ਖਾਸ ਕਰ ਨਿਊਜ਼ ਨੈਸ਼ਨਲ ਦੇ ਉੱਪਰ। ਅੱਜ ਉਹ ਫਿਰ ਉਹਨਾਂ ਤੋਂ ਜਵਾਬ ਮੰਗਾਂਗੇ, ਕਿਉਂਕਿ ਸਵਾਲ ਕਰਨਾ ਸਾਡਾ ਹੱਕ ਹੈ ਔਰ ਜਵਾਬ ਦੇਣਾ ਉਹਨਾਂ ਦਾ ਫਰਜ਼ ਹੈ, ਕਿਉਂਕਿ ਸਿਆਸਤ ਦੇ ਵਿੱਚ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਜੀ ਸਾਡੇ ਨਾਲ ਨੇ, ਔਰ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਨਵਾਂ ਪੰਜਾਬ ਉਹ ਸੰਜੋ ਲੈਣਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀਵਨ ਜੀ। ਨਮਸਕਾਰ ਪ੍ਰਭਾਤ ਜੀ, ਸਭ ਨੂੰ ਜਿੰਨੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਨੇ ਸਭ ਨੂੰ ਮੇਰੀ ਨਮਸਕਾਰ ਹੈ, ਸਤਿ ਸ਼੍ਰੀ ਅਕਾਲ ਹੈ। ਸਭ ਤੋਂ ਪਹਿਲਾਂ ਤੁਸੀਂ ਇੱਕ ਨਵੇਂ ਤਰ੍ਹਾਂ ਦਾ ਇੱਕ ਇਵੈਂਟ ਸ਼ੁਰੂ ਕੀਤਾ ਹੈ ਜੋ ਪੰਜਾਬ 'ਚ ਕਿਹਾ ਜਾ ਰਿਹਾ ਹੈ, ਉਹ ਹੈ ਨਵਾਂ ਪੰਜਾਬ।
ਪੰਜਾਬ ਤਾਂ ਪਹਿਲਾਂ ਹੀ ਹੈ, ਨਵਾਂ ਵੀ ਹੈ। ਤੁਹਾਡੇ ਵੱਲੋਂ ਕਿਹੜਾ ਨਵਾਂ ਹੋ ਗਿਆ? ਕਿਉਂਕਿ ਸਭ ਕੁਝ ਤਾਂ ਉੱਦਾਂ ਹੀ ਹੈ, ਪੰਜਾਬ ਡਿਵੈਲਪ ਕਰ ਰਿਹਾ ਹੈ। ਜਿਹੜੀ ਸਰਕਾਰ ਆਈ ਹੈ, ਚਾਹੇ ਤੁਹਾਡੀ ਸਰਕਾਰ ਰਹੀ ਹੈ, ਚਾਹੇ ਅੱਜ ਸਰਕਾਰ ਚੰਨੀ ਸਾਹਿਬ ਦੀ ਹੈ, ਲੇਕਿਨ ਨਵਾਂ ਕੀ ਹੋਇਆ? ਨਵਾਂ ਤਾਂ ਲੋਕ ਇਹੀ ਕਹਿ ਰਹੇ ਨੇ ਕਿ ਪਬਲਿਸਿਟੀ ਸਟੰਟ ਹੈ। ਨਹੀਂ ਦੇਖੋ ਪ੍ਰਭਾਤ ਜੀ, ਪਤਾ ਕੀ ਹੈ, ਜਿਸ ਤਰ੍ਹਾਂ ਦੇ ਦੌਰ 'ਚੋਂ ਹੁਣ ਪੰਜਾਬ ਗੁਜ਼ਰ ਰਿਹਾ ਹੈ, ਠੀਕ ਹੈ, ਅੱਜ ਲਾ ਐਂਡ ਆਰਡਰ ਟੋਟਲ ਫੇਲ। ਕੋਈ ਸ਼ਹਿਰ ਐਸਾ ਨਹੀਂ ਜਿੱਥੇ ਧਰਨਾ ਨਹੀਂ ਚੱਲ ਰਿਹਾ, ਠੀਕ ਹੈ ਜੀ, ਕੋਈ ਗਲੀ ਮੁਹੱਲਾ ਐਸਾ ਨਹੀਂ ਜਿੱਥੇ ਲੁੱਟਾਂ ਖੋਹਾਂ ਨਹੀਂ ਹੋ ਰਹੀਆਂ। ਠੀਕ ਹੈ ਜੀ, ਪੰਜਾਬ ਦੇ ਪਿੰਡਾਂ ਵਿੱਚ, ਪੰਜਾਬ ਦੇ ਘਰਾਂ ਦੇ ਵਿੱਚ ਨਸ਼ੇ ਨੇ ਪੂਰੀ ਤਰ੍ਹਾਂ ਆਪਣਾ ਜਾਲ ਫੈਲਾਇਆ ਹੋਇਆ ਹੈਗਾ। ਸਰਕਾਰੀ ਦਫ਼ਤਰਾਂ ਦੇ ਅੰਦਰ ਭ੍ਰਸ਼ਟਾਚਾਰ ਦਾ ਬੋਲਬਾਲਾ ਹੈਗਾ। ਠੀਕ ਹੈ ਜੀ, ਮੈਂ ਤਾਂ ਦੇਖਦਾ ਕਿ ਸਾਡੇ ਉਸ ਪੰਜਾਬ ਨੂੰ ਜਿਹੜਾ ਹੱਸਦਾ ਵਸਦਾ, ਖੇੜਿਆਂ ਖੇਡਦਾ ਔਰ ਇੱਕ ਪਹਿਚਾਣ ਸੀ ਸਾਰੀ ਪੂਰੀ ਦੁਨੀਆ ਦੇ ਅੰਦਰ, ਕਿ ਜਦੋਂ ਪੰਜਾਬੀ, ਕਿਉਂਕਿ ਪੰਜਾਬੀ ਅੱਜ ਵੀ ਜੋ ਕਿਤੇ ਜਾਂਦੇ ਨੇ, ਚਾਹੇ ਉਹ ਵਿਦੇਸ਼ ਹੋਵੇ ਚਾਹੇ ਆਪਣਾ ਦੇਸ਼ ਹੋਵੇ, ਠੀਕ ਹੈ ਜੀ, ਤੇ ਉਹ ਮਿਹਨਤਕਸ਼ ਲੋਕ ਐ ਅਸੀਂ ਪੰਜਾਬੀ। ਔਰ ਪੰਜਾਬ ਦੇ ਲੋਕ ਜਦੋਂ ਕਿਤੇ ਜਾਂਦੇ ਨੇ ਉੱਥੇ ਆਪਣੀ ਪਹਿਚਾਣ ਬਣਾਉਂਦੇ ਨੇ ਕਿ ਅਸੀਂ ਹੈਗੇ ਹਾਂ, ਇੱਥੇ ਸਾਡੀ ਆਇਡੈਂਟੀਟੀ ਹੈ। ਪਰ ਅੱਜ ਜਿਸ ਢੰਗ ਨਾਲ ਹੁਣ ਪਿਛਲੇ ਸਮਾਂ ਜਿਹੜਾ ਨਿਕਲਿਆ, ਮਾਫੀਆ, ਭ੍ਰਸ਼ਟਾਚਾਰ ਔਰ ਨਸ਼ਾ ਔਰ ਇਹਦੇ ਨਾਲ ਨਾਲ ਲਾਅ ਐਂਡ ਆਰਡਰ, ਇਹ ਸਾਰੀਆਂ ਚੀਜ਼ਾਂ ਨੇ ਪੰਜਾਬ ਨੂੰ ਖੋਖਲਾ ਕਰਤਾ, ਖੋਰਾ ਲਾਤਾ ਪੰਜਾਬ ਨੂੰ। ਠੀਕ ਹੈ। ਸੋ ਨਵਾਂ ਪੰਜਾਬ ਭਾਜਪਾ ਦੇ ਨਾਲ, ਨਵਾਂ ਪੰਜਾਬ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਨਿਜਾਤ ਦਿਲਾਉਣਾ, ਭ੍ਰਸ਼ਟਾਚਾਰ ਤੋਂ ਨਿਜਾਤ ਦਿਲਾਉਣਾ, ਨਸ਼ੇ ਨੂੰ ਖਤਮ ਕਰਨਾ, ਜੜੋਂ ਪੁੱਟ ਕੇ ਸੁੱਟਣਾ ਨਸ਼ੇ ਨੂੰ। ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਨਸ਼ੇ ਨੂੰ ਪੁੱਟਣਾ ਬੜਾ ਜ਼ਰੂਰੀ ਹੈਗਾ, ਖਤਮ ਕਰਨਾ। 10 ਸਾਲ ਗੁਪਤਾ ਜੀ ਤੁਹਾਡੀ ਸਰਕਾਰ ਹੀ ਰਹੀ ਹੈ, 10 ਸਾਲ ਤੁਸੀਂ ਸਾਂਝੀ ਸਰਕਾਰ ਚਲਾਈ ਸੀਗੀ, ਔਰ ਸਭ ਤੋਂ ਜ਼ਿਆਦਾ ਇਲਜ਼ਾਮ ਵੀ ਤੁਹਾਡੀ ਸਰਕਾਰ 'ਤੇ ਲੱਗੇ ਸੀ ਕਿ ਨਸ਼ਾ ਜਿਹੜਾ ਹੈ ਤੁਸੀਂ ਅਕਾਲੀ ਨਾਲ ਰਲ ਕੇ ਚਲਾਉਂਦੇ ਰਹੇ ਹੋ। ਦੇਖੋ ਇਹਦੇ 'ਚ ਕੋਈ ਦੋ ਰਹਿ ਨਹੀਂ, ਸਾਡਾ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ 25 ਸਾਲ ਲਗਭਗ ਸਮਝੌਤਾ ਰਿਹਾ ਹੈ। ਔਰ ਅਸੀਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ, ਪੰਜਾਬ ਦੇ ਭਾਈਚਾਰੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਲੰਬੇ ਸਮੇਂ ਰਲ ਕੇ ਜਿਹੜਾ ਹੈਗਾ ਉਹ ਕੰਮ ਕੀਤਾ ਹੈ। ਸਰਕਾਰਾਂ ਵੀ 15 ਸਾਲ ਬਣੀਆਂ ਹੈਗੀਆਂ। ਪਰ ਮੈਂ ਸਮਝਦਾ ਕਿ ਮੈਂ ਤੁਹਾਡੇ ਚੈਨਲ 'ਤੇ ਬੜੀ ਖੁੱਲ੍ਹੇ ਮਨ ਨਾਲ ਇਹ ਗੱਲ ਕਹਿ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਸ ਢੰਗ ਦੇ ਨਾਲ ਸਮਝਣਾ ਚਾਹੀਦਾ ਸੀਗਾ ਸਾਡੇ ਅਲਾਈਅੰਸ ਪਾਰਟਨਰ ਨੂੰ, ਉਹਨੇ ਸਮਝਿਆ ਨਹੀਂ ਉਹਨੂੰ ਉਸ ਢੰਗ ਨਾਲ। ਔਰ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਸੀ, ਫਾਈਨਲ ਡਿਸੀਜਨ ਉਹਨਾਂ ਦੇ ਸੀ, ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਕਸੂਰਵਾਰ ਸਾਰੀਆਂ ਗੱਲਾਂ ਦੇ ਉਹ ਨੇ। ਪਰ ਦੇਖੋ ਨਸ਼ਾ ਰੋਕਣ ਦੀਆਂ ਕੰਮ ਸਰਕਾਰਾਂ ਕਰਦੀਆਂ ਵੀ ਹੈ, ਇਹ ਨਹੀਂ, ਐਸਾ ਨਹੀਂ ਕਰਦੀਆਂ। ਪਰ ਜਦੋਂ ਆ ਹੁਣ ਕੇਂਦਰ ਸਰਕਾਰ ਨੇ ਇਹਦੇ 'ਤੇ ਕੁਛ ਉਪਰਾਲੇ ਸ਼ੁਰੂ ਕੀਤੇ ਨੇ ਨਾ, ਤੇ ਜਿਨ੍ਹਾਂ ਦੇ ਢਿੱਡ 'ਚ ਪੀੜ ਹੋ ਰਹੀ ਹੈ, ਫਿਰ ਸ਼ੰਕੇ ਪੈਦਾ ਹੁੰਦੇ ਨੇ, ਚਾਹੇ ਉਹ ਮੌਜੂਦਾ ਕਾਂਗਰਸ ਦੀ ਸਰਕਾਰ ਹੋਵੇ, ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਤੇ ਚਾਹੇ ਹੋਰ ਦੂਜੀਆਂ ਪਾਰਟੀਆਂ ਹੋਣ। ਸੋ ਇਸ ਕਰਕੇ ਸ਼ੰਕੇ ਪੈਦਾ ਹੁੰਦੇ ਨੇ ਕਿ ਉਹ ਪੰਜਾਬ ਦਾ ਸੁਧਾਰ ਨਹੀਂ ਚਾਹੁੰਦੀਆਂ, ਬਲਕਿ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾਣਾ ਚਾਹੁੰਦੀਆਂ ਹੈਗੀਆਂ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਹਾਂ, ਔਰ ਪੰਜਾਬ ਨੂੰ ਨਵਾਂ ਪੰਜਾਬ ਬਣਾ ਕੇ ਉਸੇ ਤਰ੍ਹਾਂ ਹੱਸਦਾ ਵਸਦਾ ਖੇਡਦਾ, ਆਪਸੀ ਸਦਭਾਵਨਾ, ਆਪਸੀ ਭਾਈਚਾਰਾ, ਭ੍ਰਸ਼ਟਾਚਾਰ ਮੁਕਤ, ਨਸ਼ਾ ਮੁਕਤ ਔਰ ਕਾਨੂੰਨ ਵਿਵਸਥਾ ਜਿਹੜੀ ਆ ਉਹ ਬਿਲਕੁਲ ਲੋਕ ਜਿੱਦਾਂ ਦੀ ਚਾਹੁੰਦੇ ਆ ਉੱਦਾਂ ਦੀ ਹੋਵੇ। ਇਹ ਸਾਰੀਆਂ ਚੀਜ਼ਾਂ ਨਾਲ ਰਲਿਆ ਹੋਇਆ ਪੰਜਾਬ ਅਸੀਂ ਬਣਾਉਣਾ ਚਾਹੁੰਦੇ ਹਾਂ। ਔਰ ਖ਼ਾਸ ਕਰਕੇ ਪਿਛਲੇ ਦਿਨਾਂ ਦੇ ਅੰਦਰ ਜਿਹੜਾ ਦਲਿਤਾਂ ਦੇ ਉੱਪਰ, ਪਿਛੜੇ ਵਰਗ ਦੇ ਉੱਪਰ ਜਿਸ ਢੰਗ ਨਾਲ ਤਸ਼ੱਦਦ ਹੋਏ ਨੇ, ਦੇਖੋ ਸਰਕਾਰ ਦਾ ਮੰਤਰੀ ਹੀ ਉਹਨਾਂ ਦਾ ਵਜ਼ੀਫਾ ਖਾ ਗਿਆ ਵਿਚਾਰੀਆਂ ਦਾ। ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ। ਸੋ ਉਹਨਾਂ ਚੀਜ਼ਾਂ ਤੋਂ ਨਿਜਾਤ ਦਿਵਾਉਣ ਵਾਸਤੇ ਭਾਜਪਾ ਨੇ ਨਵਾਂ ਨਾਅਰਾ ਦਿੱਤਾ ਹੈਗਾ ਕਿ ਆਓ ਰਲ ਕੇ ਬਣਾਈਏ ਨਵਾਂ ਪੰਜਾਬ ਭਾਜਪਾ ਦੇ ਨਾਲ। ਔਰ ਇਹ ਭਾਜਪਾ ਦੇ ਨਾਲ ਹੀ ਸੰਭਵ ਹੈ, ਇਹ ਵੀ ਤੁਹਾਨੂੰ ਮੈਂ ਦੱਸ ਰਿਹਾ, ਕਿਉਂਕਿ ਜਿਹੜੀ ਸੋਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਦੀ ਹੈ, ਸਾਡੇ ਕੌਮੀ ਪ੍ਰਧਾਨ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ਦੀ ਹੈ, ਸਾਡੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਹੈ, ਉਹ ਸੋਚ ਇਹ ਹੈ ਕਿ ਅਸੀਂ ਜੋ ਕਿਹਾ ਉਹ ਕਰਕੇ ਦਿਖਾਉਣ ਵਾਲੀ ਹੈ। ਜੇ ਮੋਦੀ ਜੀ ਨੇ ਕਿਹਾ ਕਿ ਧਾਰਾ 370 ਖਤਮ ਕਰਾਂਗੇ ਤੇ ਕਰਤੀ, ਜੇ ਸਾਡੇ ਪਾਰਟੀ ਨੇ ਇਹ ਕਿਹਾ ਕਿ ਜੋ ਕਮਿਟਮੈਂਟ ਪਿਛੜੇ ਵਰਗ ਨਾਲ ਵਿਕਾਸ ਦੀ ਗੱਲ ਕੀਤੀ, ਉਹ ਸਭ ਕਰਕੇ ਦਿਖਾ ਰਹੇ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜੇ ਨਵਾਂ ਪੰਜਾਬ ਬਣਾਉਣਾ ਤਾਂ ਉਹ ਭਾਜਪਾ ਦੇ ਨਾਲ, ਭਾਜਪਾ ਦੇ ਸਹਿਯੋਗ ਦੇ ਨਾਲ, ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਹ ਸੰਭਵ ਹੈਗਾ। ਪੰਜਾਬ ਦੇ ਲੋਕ ਸਮਝਦੇ ਵੀ ਹੈਗੇ ਆ।
ਗੁਪਤਾ ਜੀ ਅਗਲਾ ਪ੍ਰਸ਼ਨ ਇਹ ਤੋਂ ਰਿਲੇਟਡ ਹੀ ਹੈ। ਤੁਸੀਂ ਕਹਿ ਰਹੇ ਹੋ ਕਿ ਅਸੀਂ ਸਰਕਾਰ ਬਣਾਵਾਂਗੇ, 117 ਸੀਟਾਂ ਦੇ ਉੱਪਰ ਲੜਾਂਗੇ। ਗੱਲ ਠੀਕ ਹੈ, 117 ਕੈਂਡੀਡੇਟ ਵੀ ਤੁਹਾਡੇ ਕੋਲ ਹੋਣਗੇ, ਤੁਸੀਂ ਬਾਰ-ਬਾਰ ਇਸ ਗੱਲ ਕਹਿੰਦੇ ਹੋ। ਕੈਪਟਨ ਸਾਹਿਬ ਇੱਕ ਨਵੀਂ ਪਾਰਟੀ ਬਣਾ ਰਹੇ ਨੇ, ਫਿਰ ਉਹ ਬਾਰ-ਬਾਰ ਮਿਲਣ ਜਾ ਰਹੇ ਨੇ ਤੁਹਾਡੀ ਸੀਨੀਅਰ ਲੀਡਰਸ਼ਿਪ ਨੂੰ, ਸੈਂਟਰ ਦੇ ਵਿੱਚ ਬੈਠਿਆਂ ਨੂੰ। ਨਹੀਂ ਲੱਗਦਾ ਤੁਹਾਨੂੰ ਕਿ ਕੈਪਟਨ ਸਾਹਿਬ ਦੇ ਆਉਣ ਦੇ ਨਾਲ ਜੋ ਤੁਸੀਂ ਇੱਕ ਖੇਡ ਖੇਡਣਾ ਚਾਹੁੰਦੇ ਹੋ, ਜੋ ਅਪੋਜੀਸ਼ਨ ਕਹਿ ਰਹੀ ਹੈ ਕਿ ਇੱਕ ਮੋਹਰਾ ਬਣਾਇਆ ਜਾ ਰਿਹਾ ਕੈਪਟਨ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ 'ਚ ਵਸਾਉਣ ਵਾਸਤੇ, ਬਾੜਨ ਵਾਸਤੇ, ਕਿਸਾਨੀ ਅੰਦੋਲਨ ਨੂੰ ਖਤਮ ਕਰਨ ਵਾਸਤੇ, ਕਿੰਨੀ ਕੁ ਸੱਚਾਈ ਹੈ? ਕਿਉਂਕਿ ਕਿਸਾਨ ਅਲੱਗ ਕਹਿ ਰਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਲੱਗ ਨਹੀਂ ਜਾਵਾਂਗੇ। ਜਿਹੜੇ ਕੈਪਟਨ ਸਾਹਿਬ ਦੇ ਨੁਮਾਇੰਦੇ ਨੇ, ਜਿਹੜੇ ਲੋਕ ਨੇ, ਉਹ ਕਹਿ ਰਹੇ ਨੇ ਕੈਪਟਨ ਸਾਹਿਬ ਅਗਰ ਬੀਜੇਪੀ ਨਾਲ ਰਲਦੇ ਅਸੀਂ ਇਲੈਕਸ਼ਨ ਨਹੀਂ ਲੜਾਂਗੇ। ਤੇ ਕੀ ਕੁਛ ਇਹ ਖਿਚੜੀ ਪੱਕ ਰਹੀ ਹੈ ਤੁਹਾਡੇ ਦਰਮਿਆਨ ਔਰ ਕੈਪਟਨ ਸਾਹਿਬ ਦੇ ਦਰਮਿਆਨ? ਦੇਖੋ, ਸਾਡੇ ਦਰਮਿਆਨ ਕੋਈ ਖਿਚੜੀ ਨਹੀਂ ਪੱਕ ਰਹੀ। ਇਹ ਤਾਂ ਕਾਂਗਰਸ ਦੀਆਂ ਨਲਾਇਕੀਆਂ ਹੈ। ਅੱਛਾ ਜੀ। ਜਿਹਦੇ ਕਰਕੇ ਸਾਰੇ ਘਟਨਾਕ੍ਰਮ ਹੋ ਰਹੇ ਆ। ਠੀਕ ਹੈ। ਕਿਉਂਕਿ ਕਾਂਗਰਸ ਦੇ ਜਿਹੜੇ ਕੌਮੀ ਪ੍ਰਧਾਨ ਨੇ, ਉਹ ਮੈਂ ਸਮਝਦਾ ਵੀ ਉਹਨਾਂ ਦੀ ਮੈਚੋਰਟੀ ਪੂਰੇ ਸਾਰੇ ਦੇਸ਼ ਨੂੰ ਪਤਾ ਹੈ। ਠੀਕ ਹੈ। ਔਰ ਫਿਰ ਉਹ ਤੋਂ ਬਾਅਦ ਹੁਣ ਉਹਨਾਂ ਦੇ ਸੋਨੀਆ ਗਾਂਧੀ ਜੀ ਪ੍ਰਧਾਨ ਬਣੇ ਨੇ, ਪਹਿਲਾਂ ਰਾਹੁਲ ਜੀ ਸੀਗੇ। ਉਹਨਾਂ ਦੀ ਮੈਚੋਰਟੀਆਂ ਦੀਆਂ ਘਟਨਾਵਾਂ ਸਾਡੇ ਸਭ ਦੇ ਸਾਹਮਣੇ ਹੀ ਹੈ। ਪਰ ਜਿੱਥੇ ਤੱਕ ਕੈਪਟਨ ਸਾਹਿਬ ਦੀ ਗੱਲ ਹੈ ਕਿ ਉਹ ਨਵੀਂ ਪਾਰਟੀ ਬਣਾਉਣ ਜਾ ਰਹੇ ਹੈ, ਤੇ ਹੁਣ ਜਿਸ ਢੰਗ ਨਾਲ ਉਹਨਾਂ ਨੂੰ ਬੇਇੱਜ਼ਤ ਕਰਕੇ ਕੱਢਿਆ ਗਿਆ ਹੈ, ਤੇ ਉਹ ਨਵੀਂ ਪਾਰਟੀ ਬਣਾਉਣਗੇ। ਔਰ ਮੈਂ ਤਾਂ ਇਹੀ ਕਹਿ ਸਕਦਾ ਕਿ ਹਰ ਬੰਦੇ ਨੂੰ ਆਪਣਾ ਅਧਿਕਾਰ ਖੇਤਰ ਹੈ ਕਿ ਉਹ ਕੁਛ ਵੀ ਕਰ ਸਕਦਾ ਹੈ। ਉਹ ਨਵੀਂ ਪਾਰਟੀ ਬਣਾਉਣ, ਮੇਰੀਆਂ ਸ਼ੁਭਕਾਮਨਾਵਾਂ ਹੈਗੀਆਂ। ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਨਾਲ ਕੋਈ ਤਰ੍ਹਾਂ ਦੀ ਉਹਨਾਂ ਨੇ ਅਲਾਇੰਸ ਦੀ ਗੱਲ ਕਹੀ ਹੈ, ਜਾਂ ਸੀਟ ਸ਼ੇਅਰਿੰਗ ਦੀ ਗੱਲ ਕਹੀ ਹੈ, ਜਾਂ ਹੋਰ ਕਹੀ ਹੈ, ਉਹ ਗੱਲ ਦੇ ਨਾਲ ਦੇਖੋ, ਮੈਂ ਕੋਈ ਨਾ ਤਾਂ ਆਥੋਰਾਈਜ਼ ਪਰਸਨ ਹੈਗਾ। ਠੀਕ ਹੈ ਜੀ। ਸਾਡੀ ਪਾਰਟੀ ਦੀ ਕੇਂਦਰ ਦੀ ਲੀਡਰਸ਼ਿਪ ਹੈ ਜਿਹੜੀਆਂ ਇਹ ਸਾਰੀਆਂ ਗੱਲਾਂ ਨੂੰ ਤੈਅ ਕਰੇਗੀ। ਔਰ ਜਦੋਂ ਪਾਰਟੀ ਬਣੇਗੀ, ਮੈਨੂੰ ਇਹ ਲੱਗਦਾ ਹੈ, ਮੇਰਾ ਆਪਣਾ ਮੰਨਣਾ ਇਹ ਹੈਗਾ ਕਿ ਜਦੋਂ ਪਾਰਟੀ ਬਣੇਗੀ ਕੈਪਟਨ ਸਾਹਿਬ ਦੀ, ਤੇ ਫਿਰ ਉਹ ਬੈਠ ਕੇ ਕਰਨਗੇ ਉਹਨਾਂ ਨਾਲ ਚਰਚਾ, ਅਗਰ ਉਹਨਾਂ ਦੇ ਮਨ 'ਚ ਹੈ ਕੈਪਟਨ ਸਾਹਿਬ ਦੇ ਕਿ ਜਿਹੜੀਆਂ ਰਾਸ਼ਟਰਵਾਦੀ ਪਾਰਟੀਆਂ, ਤਾਕਤਾਂ ਹੈਗੀਆਂ, ਜੋ ਦੇਸ਼ ਵਾਸਤੇ ਅੱਛਾ ਸੋਚਦੀਆਂ, ਜੋ ਆਪਣੇ ਸੂਬੇ ਵਾਸਤੇ, ਪੰਜਾਬ ਵਾਸਤੇ ਅੱਛਾ ਸੋਚਦੀਆਂ, ਅਗਰ ਉਹ ਸਾਰੇ ਲੋਕ ਇਕੱਠੇ ਹੋ ਜਾਂਦੇ ਆ, ਤਾਕਤਾਂ ਇਕੱਠੀਆਂ ਹੁੰਦੀਆਂ, ਤੇ ਨਿਸ਼ਚਿਤ ਰੂਪ 'ਚ ਪੰਜਾਬ ਦਾ ਫਿਰ ਭਲਾ ਹੋਣਾ ਹੈਗਾ। ਔਰ ਫਿਰ ਜਦੋਂ ਕੇਂਦਰ ਸਰਕਾਰ ਦਾ ਪੂਰੀ ਤਰ੍ਹਾਂ ਸਹਿਯੋਗ ਵੀ ਰਹਿਣਾ ਉਹਨਾਂ ਨੂੰ, ਕਿਉਂਕਿ ਮੌਜੂਦਾ ਜਿਹੜੀ ਕਾਂਗਰਸ ਦੀ ਸਰਕਾਰ ਹੈ, ਉਹਨੂੰ ਤਾਂ ਉਸ ਢੰਗ ਨਾਲ ਸਹਿਯੋਗ ਲੈ ਹੀ ਨਹੀਂ ਪਾ ਰਹੀ, ਨਾ ਉਹਨਾਂ ਨੇ ਲੈ ਪਾਈ ਹੈ, ਨਾ ਲੈ ਪਾ ਰਹੀ ਹੈ। ਸੋ ਜਦੋਂ ਉਹ ਸਹਿਯੋਗ ਵੀ ਮਿਲਣਾ ਹੈ, ਔਰ ਉਹ ਤਾਕਤਾਂ ਸਾਰੀਆਂ ਇਕੱਠੀਆਂ ਹੋਣਗੀਆਂ, ਸਿਆਸੀ ਪਾਰਟੀਆਂ ਇਕੱਠੀਆਂ ਹੋਣਗੀਆਂ, ਤੇ ਹੋ ਸਕਦਾ ਕੋਈ ਫਿਰ ਵਧੀਆ ਰਿਜ਼ਲਟ ਆਉਣ। ਸੋ ਇਹ ਚੀਜ਼ਾਂ ਜਿਹੜੀਆਂ ਭਵਿੱਖ ਦੇ ਗਰਭ 'ਚ ਹੈ, ਇਹਦੇ ਬਾਰੇ ਮੈਂ ਅਜੇ ਤੁਹਾਨੂੰ ਕੁਛ ਨਹੀਂ ਕਹਿ ਸਕਦਾ, ਕਿਉਂਕਿ ਨਿਰਣੇ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਕਰਨੇ ਹੈਗੇ ਆ। ਗੁਪਤਾ ਜੀ, ਮੰਨ ਕੇ ਚੱਲੀਏ ਨਾ ਕਿ ਹੁਣ ਕੈਪਟਨ ਸਾਹਿਬ ਪਾਰਟੀ ਬਣਾਉਣਗੇ, ਫਿਰ ਉਹ ਚਿਹਰਾ ਬਣਨਗੇ ਕਿਸਾਨੀ ਅੰਦੋਲਨ ਦਾ, ਉਹਨਾਂ ਨੂੰ ਬਿਠਾਇਆ ਜਾਏਗਾ, ਕਿਉਂਕਿ ਸਾਰੇ ਇਹੀ ਕਹਿ ਰਹੇ ਨੇ, ਜਿੱਥੇ ਤੱਕ ਸੁਣਨ 'ਚ ਵੀ ਆ ਰਿਹਾ, ਮੀਡੀਆ ਦੇ ਵਿੱਚ ਵੀ ਇਹੀ ਰਿਪੋਰਟਸ ਹੈਗੀਆਂ ਕਿ ਕਿਸਾਨੀ ਅੰਦੋਲਨ ਨੂੰ ਹੱਲ ਕਰਾਉਣ ਵਾਸਤੇ ਇਸ ਤਰ੍ਹਾਂ ਤੁਹਾਡੀ ਲੀਡਰਸ਼ਿਪ ਆ ਗਈ। ਔਰ ਤੁਹਾਡੇ ਇੱਕ ਮੋਹਤਵਾਰ ਸੱਜਣ ਨੇ ਕਿਸੇ ਚੈਨਲ ਦੇ ਉੱਪਰ ਸਪੈਸ਼ਲ ਕਿਹਾ ਕਿ ਮਾਫੀ ਮੰਗ ਕੇ ਅਸੀਂ ਉਹ ਕਿਸਾਨਾਂ ਦੇ ਕੋਲ ਜਾਵਾਂਗੇ। ਯਾਨੀ ਕਿ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਕਿੰਨੀ ਕੁ ਸੱਚਾਈ ਹੈ ਕਿ ਤੁਸੀਂ ਕਿਸਾਨ ਬਿੱਲ ਰੱਦ ਕਰ ਦੋਗੇ, ਕਿਉਂਕਿ ਅੱਜ ਤੱਕ ਤਾਂ ਤੁਸੀਂ ਕੋਈ ਬਿੱਲ ਰੱਦ ਹੀ ਨਹੀਂ ਕੀਤਾ। ਨਹੀਂ, ਐਸਾ ਹੈਗਾ ਕਿ ਕਿਸ ਸਾਡੇ ਲੀਡਰ ਨੇ ਕਹੀ ਹੈ, ਮੇਰੇ ਕੋਈ ਧਿਆਨ 'ਚ ਪਹਿਲਾਂ ਤਾਂ ਵਿਸ਼ਾ ਨਹੀਂ ਹੈਗਾ। ਦੂਸਰੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਚੱਲਦੀ ਹੈ ਕਿ ਕਾਨੂੰਨ ਰੱਦ ਕਰਨਾ ਜਿਹੜਾ ਹੈਗਾ, ਉਹ ਇਸ ਸਿਸਟਮ ਦਾ ਹੱਲ ਨਹੀਂ ਹੈਗਾ। ਮੈਂ ਤੁਹਾਨੂੰ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀ ਕਿ ਕਾਨੂੰਨ ਪੂਰੇ ਦੇਸ਼ ਦੀ ਕਿਸਾਨੀ ਨੂੰ ਧਿਆਨ 'ਚ ਰੱਖ ਕੇ ਬਣੇ ਹੈ। ਪੰਜਾਬ ਜਾਂ ਹਰਿਆਣਾ ਦੇ ਸਿਸਟਮ ਨੂੰ ਧਿਆਨ 'ਚ ਰੱਖ ਕੇ ਕਾਨੂੰਨ ਨਹੀਂ ਬਣੇ ਹੈਗੇ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਦੇਖੋ, ਕਿਸਾਨ ਅੱਜ ਤੁਸੀਂ ਦੇਖੋ ਨਾ, ਮੈਂ ਕੱਲ੍ਹ ਵੀ ਇੱਕ ਕਿਸਾਨ ਜਥੇਬੰਦੀ ਦੀ ਨੇਤਾ ਦੀ ਇੰਟਰਵਿਊ ਸੁਣ ਰਿਹਾ ਸੀਗਾ, ਔਰ ਜਿਸ ਢੰਗ ਨਾਲ ਅੱਜ ਚਾਹੇ ਉਹ ਟਿੱਕਰੀ ਬਾਰਡਰ ਹੈ ਤੇ ਚਾਹੇ ਉਹ ਸਿੱਗੂ ਬਾਰਡਰ ਹੈ, ਉੱਥੇ ਬਹੁਤ ਘੱਟ ਤਾਦਾਦ ਦੇ ਵਿੱਚ ਲੋਕ ਬੈਠੇ ਨੇ, ਔਰ ਉਹ ਲੋਕ ਬੈਠੇ ਨੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਨੇ। ਮੈਂ ਸਮਝਦਾ ਕਿ ਬੇਸਿਕਲੀ ਪੰਜਾਬ ਦਾ ਜਾਂ ਹਰਿਆਣੇ ਦਾ ਕਿਸਾਨ ਨਹੀਂ ਬੈਠਾ ਉੱਥੇ, ਉਹ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਹੈਗਾ। ਇੱਕ ਹੋਰ ਮੈਂ ਲੌਜੀਕਲੀ ਗੱਲ ਦੱਸਣਾ ਚਾਹੁੰਦਾ ਪ੍ਰਭਾਤ ਜੀ ਤੁਹਾਨੂੰ, ਦੇਖੋ ਗੱਲ ਨੂੰ ਅਸੀਂ ਸਮਝੀਏ, ਕਾਨੂੰਨ ਤਾਂ ਅੱਜ ਲਾਗੂ ਨਹੀਂ ਹੈਗਾ। ਬਿਲਕੁਲ ਨਹੀਂ। ਜਦੋਂ ਇਹ ਕਾਨੂੰਨ ਲਿਆਂਦਾ ਗਿਆ, ਜਿੱਦਣ ਤੋਂ ਇਹ ਪਾਸ ਹੋਇਆ, ਉਹ ਤੋਂ ਬਾਅਦ 3 ਫਸਲਾਂ ਵਿਕੀਆਂ। ਇੱਕ ਝੋਨੇ ਦੀ ਫਸਲ ਵਿਕੀ, ਦੂਜੀ ਕਣਕ ਦੀ ਫਸਲ ਵਿਕੀ, ਤੀਜੀ ਹੁਣ ਝੋਨੇ ਦੀ ਫਸਲ ਵਿਕੀ ਹੈ। 3 ਫਸਲਾਂ ਵਿਕੀਆਂ ਔਰ MSP 'ਤੇ ਵਿਕੀਆਂ, ਔਰ 100% ਪਹਿਲਾਂ ਨਾਲੋਂ ਜ਼ਿਆਦਾ ਪ੍ਰੋਕਿਉਰਮੈਂਟ ਕੀਤੀ ਹੈ ਸਰਕਾਰ ਨੇ। ਪਹਿਲਾਂ ਨਾਲੋਂ ਹਰ ਵਾਰੀ ਜੋ ਪਿਛਲੇ ਸਾਲ ਝੋਨੇ ਦੀ ਕੀਤੀ ਸੀ, ਉਹਦੇ ਨਾਲੋਂ ਜ਼ਿਆਦਾ ਪ੍ਰੋਕਿਉਰਮੈਂਟ ਹੋ ਜਾਣੀ ਹੈ। ਥੋੜ੍ਹਾ ਰਹਿੰਦਾ, ਕੰਪਲੀਟ ਹੋ ਜਾਏਗਾ 10-12 ਦਿਨ 'ਚ। ਔਰ ਇਸੇ ਤਰ੍ਹਾਂ ਕਣਕ ਦਾ ਜਿਹੜਾ ਫਸਲ ਆਈ ਸੀ, ਉਹਦੀ ਪ੍ਰੋਕਿਉਰਮੈਂਟ ਵੀ 2021 ਦੀ 2020 ਨਾਲੋਂ ਜ਼ਿਆਦਾ ਹੋਈ ਹੈਗੀ। ਔਰ ਸਰਕਾਰ ਨੇ ਇੱਕ ਦਾਣਾ ਚੱਕਿਆ ਹੈਗਾ, ਕੇਂਦਰ ਸਰਕਾਰ ਨੇ। ਔਰ ਸਰਕਾਰ ਕਦੇ ਵੀ MSP ਨੂੰ ਜਾਂ
ਪ੍ਰੋਕਿਉਰਮੈਂਟ ਨੂੰ ਜਾਂ APMC ਐਕਟ ਨੂੰ ਬਿਲਕੁਲ ਡਿਸਟਰਬ ਨਹੀਂ ਕਰਨਾ ਚਾਹੁੰਦੀ। ਇਹ ਤੋਂ ਗੱਲ ਕਲੀਅਰ ਹੋ ਰਹੀ ਹੈ, ਸਾਫ਼ ਨਿਕਲ ਕੇ ਬਾਹਰ ਆ ਰਹੀ ਹੈ ਕਿ ਸਰਕਾਰ ਦੀ ਕੋਈ ਬੈਡ ਮਨਸ਼ਾ ਨਹੀਂ ਹੈਗੀ। 3 ਫਸਲਾਂ ਚੱਕੀਆਂ ਜਾਣਗੀਆਂ ਔਰ ਨਾ ਹੀ ਕਾਨੂੰਨ ਲਾਗੂ ਹੈ। ਮੰਨ ਲਓ ਕਾਨੂੰਨ ਲਾਗੂ ਵੀ ਹੋਣ ਤਾਂ ਵੀ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈਗੀ। ਕਿਸਾਨ ਜਥੇਬੰਦੀਆਂ ਜਿਹੜੀਆਂ ਇੱਕ ਗੱਲ 'ਤੇ ਬਿਨਾਂ ਮਤਲਬ ਤੋਂ ਅੜਿੰਗ ਹੋਈਆਂ ਹੈਗੀਆਂ, ਉਹਨਾਂ ਨੂੰ ਬੈਠ ਕੇ ਇਹਨਾਂ ਕਾਨੂੰਨਾਂ ਦੇ ਦਾਇਰੇ ਦੇ ਅੰਦਰ ਕੀ ਬੈਸਟ ਕਿਸਾਨ ਦਾ ਹੋ ਸਕਦਾ, ਕਿਉਂਕਿ ਜਿਹੜੀ ਸਰਕਾਰ ਅੱਜ 6000 ਰੁਪਈਆ ਗਰੀਬ ਮਾੜੇ ਕਿਸਾਨ ਦੇ ਖਾਤਿਆਂ 'ਚ ਪਾ ਰਹੀ ਹੈ, ਜਿਹੜੇ ਵਿਚਾਰੇ ਪਿਛੜੇ ਕਿਸਾਨ ਨੇ, ਘੱਟ ਜ਼ਮੀਨਾਂ ਵਾਲੇ ਕਿਸਾਨ ਨੇ, ਉਹਨਾਂ ਨੂੰ ਹੋਰ ਵੀ ਮਦਦ ਕਰ ਸਕਦੀ ਹੈ। ਜਥੇਬੰਦੀਆਂ ਨੂੰ ਚਾਹੀਦੀ ਹੈ ਕਿ ਉਹਨਾਂ ਦੇ ਮਤਲਬ ਦੇ ਵਾਸਤੇ, ਉਹਨਾਂ ਦੇ ਫਾਇਦੇ ਦੀ ਗੱਲ ਉਹ ਸਰਕਾਰ ਨਾਲ ਕਰਨ, ਬਜਾਏ ਇਸ ਗੱਲ ਨੂੰ ਜਿੱਦ ਕਰਦੇ ਹੋਏ ਕਿ ਜੀ ਨਹੀਂ ਜੀ ਅਸੀਂ ਤਾਂ ਕਾਨੂੰਨ ਹੀ ਰੱਦ ਕਰਾਉਣੇ ਆ। ਮੈਂ ਕੱਲ੍ਹ ਦੀ ਇੰਟਰਵਿਊ ਸੁਣ ਕੇ ਨਾ ਇੱਕ ਜਥੇਬੰਦੀ ਦੇ ਲੀਡਰ ਦੀ ਬੜਾ ਪਰੇਸ਼ਾਨ ਹੋਇਆ। ਮੈਂ ਨਾਮ ਵੀ ਦੱਸ ਰਿਹਾ ਤੁਹਾਨੂੰ, ਰੁਲਦੂ ਸਿੰਘ ਮਾਨਸਾ ਵਾਲੇ ਜਿਹੜੇ ਨੇ, ਉਹ ਇਸ ਢੰਗ ਦੀ ਇੰਟਰਵਿਊ ਕਿ ਅਸੀਂ ਤਾਂ ਜੀ ਨਿਬੇੜਨਾ ਹੀ ਨਹੀਂ ਜੀ, ਅਸੀਂ ਤਾਂ ਕਰਨਾ ਹੀ ਨਹੀਂ ਚਾਹੁੰਦੇ ਜੀ, ਅਸੀਂ ਤੁਹਾਨੂੰ 2022 ਤੱਕ ਲੈ ਜਾਵਾਂਗੇ, ਅਸੀਂ ਤਾਂ 2024 ਤੱਕ ਲੈ ਜਾਵਾਂਗੇ। ਸੋ ਮਨਸ਼ਾ ਜਿਹੜੀ ਦਿਮਾਗ ਦੇ ਵਿੱਚ ਵਸੀ ਇੱਥੇ ਵਸੀ ਹੈ ਨਾ, ਉਹ ਹੈਗੀ ਸਿਆਸਤ। ਠੀਕ ਹੈ। ਉਹ ਸਿਆਸਤ ਦੇ ਕਾਰਨ ਕਰਕੇ ਉਹ ਕਿਸਾਨ ਦਾ ਭਲਾ ਨਹੀਂ ਚਾਹੁੰਦੇ ਹੈਗੇ। ਉਹ ਕਹਿੰਦੇ ਸਾਡਾ ਕੀ ਵਿਗੜ ਰਿਹਾ, ਤੁਸੀਂ ਸੁਣੋ ਇੰਟਰਵਿਊ ਸੁਣਿਓ, ਉਹ ਕਿਸੇ ਚੈਨਲ 'ਤੇ ਚੱਲੀ ਹੈ, ਉਹ ਤੁਸੀਂ ਸੁਣਨਾ ਇੰਟਰਵਿਊ ਕਿ ਜੀ ਸਾਡਾ ਕੀ, ਅਸੀਂ ਤਾਂ ਬੈਠੇ ਹਾਂ ਉਰੇ, ਸਾਡਾ ਕੀ ਵਿਗੜ ਰਿਹਾ। ਬਈ ਵਿਗੜ ਤਾਂ ਤੁਸੀਂ ਪੰਜਾਬ ਦੇ ਵਪਾਰੀ ਨੂੰ ਡਿਸਟਰਬ ਕੀਤਾ ਹੋਇਆ, ਪੰਜਾਬ ਦੇ ਕਿਸਾਨਾਂ ਨੂੰ ਡਿਸਟਰਬ ਕੀਤਾ ਹੋਇਆ। ਤੁਸੀਂ ਅੱਜ ਕਿਸਾਨ ਜਿਹੜਾ ਹੈਗਾ ਉਹਨੂੰ ਤੁਸੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕਿਸਾਨ ਦਾ ਕਿੱਦਾਂ ਲਾਭ ਹੋ ਸਕਦਾ, ਕਿੱਦਾਂ ਫਾਇਦਾ ਹੋ ਸਕਦਾ, ਚਰਚਾ ਉਹ 'ਤੇ ਕਰਨ ਦੀ ਜ਼ਰੂਰਤ ਹੈ, ਉਹਦੇ ਤਾਂ ਕਰਦੇ ਨਹੀਂ ਹੈਗੇ। ਸੋ ਇਹ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਇਹ ਅੰਦੋਲਨ ਜਿਹੜਾ ਹੈ ਉਹ ਕੇਵਲ ਸਿਆਸਤ ਨਾਲ ਪ੍ਰੇਰਿਤ ਅੰਦੋਲਨ ਹੈ, ਉਹ ਕਿਸਾਨਾਂ ਦੇ ਭਲੇ ਦਾ ਅੰਦੋਲਨ ਨਹੀਂ ਹੈਗਾ। ਸੋ ਇਸ ਕਰਕੇ ਤੇ ਵਿਚਾਰ ਕਰਨਾ ਚਾਹੀਦਾ ਹੈਗਾ। ਮਤਲਬ ਤੁਹਾਡੇ ਨਵੇਂ ਪੰਜਾਬ ਦੇ ਵਿੱਚ ਅੱਜ ਜਿਹੜੇ ਆਹ ਨਵੀਂ ਮੰਡੀਆਂ ਦਾ ਇੱਕ ਸਿਸਟਮ ਸੈੱਟ ਹੋਣ ਦੀ ਕੋਸ਼ਿਸ਼ ਹੋ ਰਹੀ ਸੀਗੀ, ਉਹ ਫਿਰ ਐਜ਼ ਇਟ ਇਜ਼ ਹੀ ਬਰਕਰਾਰ ਰਹੇਗਾ ਜੇ ਕਾਨੂੰਨ ਇੱਦਾਂ ਹੀ ਐਜ਼ ਇਟ ਇਜ਼ ਰਹਿੰਦੀ ਆ ਤਾਂ? ਦੇਖੋ ਪਤਾ ਕੀ ਹੈ ਪ੍ਰਭਾਤ ਜੀ, ਅਸੀਂ ਗੱਲ ਨੂੰ ਸਮਝੀਏ ਥੋੜ੍ਹਾ। ਨਵੇਂ ਪੰਜਾਬ ਦੀ ਜਿਹੜੀ ਗੱਲ ਹੈ ਨਾ, ਭਾਰਤੀ ਜਨਤਾ ਪਾਰਟੀ ਇੱਕ ਗੱਲ ਚਾਹੁੰਦੀ ਹੈ ਕਿ ਕਿਸਾਨ ਸਾਡਾ ਆਪਣੇ ਪੈਰਾਂ 'ਤੇ ਖੜਾ ਹੋਣ ਵਾਲਾ ਕਿਸਾਨ ਬਣੇ। ਅੱਜ ਕਰਜ਼ੇ ਥੱਲੇ ਦੱਬਿਆ ਜਿਹੜਾ ਕਿਸਾਨ ਹੈ ਨਾ, ਉਹ ਤੋਂ ਉਹਨੂੰ ਨਿਜਾਤ ਮਿਲੇ। ਦੇਖੋ ਇੱਕ ਫਸਲ ਦਾ 60-70 ਹਜ਼ਾਰ ਰੁਪਇਆ ਪ੍ਰਤੀ ਏਕੜ ਮਿਲਦਾ ਕਿਸਾਨ ਨੂੰ, 2 ਫਸਲਾਂ ਦਾ 1.25 ਲੱਖ ਦੇ ਕਰੀਬ ਮਿਲਦਾ ਹੈਗਾ। ਉਹਦੇ 'ਚ ਖਰਚੇ ਵੀ ਹੁੰਦੇ ਆ, ਬਿਜਾਈ, ਖਾਦ, ਇਹ ਉਹ ਸਾਰਾ ਕੁਛ ਹੁੰਦਾ ਹੈਗਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਉਹ ਭਰਪਾਈ ਪੂਰੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਅਗਰ ਇਸ ਗੱਲ ਦੀ ਅਸ਼ੋਰਟੀ ਮਿਲ ਜੇ ਕਿ ਜੀ ਅਸੀਂ ਤੁਹਾਡਾ ਇਹ 1.25 ਲੱਖ ਰੁਪਈਆ ਸਾਲ ਦਾ ਪੂਰਾ ਕਰਕੇ ਦੇਵਾਂਗੇ, ਤੁਸੀਂ ਦੂਜੀਆਂ ਫਸਲਾਂ 'ਤੇ ਆਓ। ਨਾਲ ਦੇ ਸੂਬੇ 'ਚ ਹਰਿਆਣਾ ਸਰਕਾਰ ਨੇ ਕੀਤਾ ਨਾ ਕਿ ਤੁਸੀਂ ਮੱਕੀ ਬੀਜੋ, ਅਸੀਂ 10,000 ਪ੍ਰਤੀ ਏਕੜ ਤੁਹਾਨੂੰ ਇਸ ਗੱਲ ਦਾ ਬੋਨਸ ਦੇਵਾਂਗੇ, ਉਹ ਦੇ ਰਹੀ ਹੈ। ਦੇਖੋ ਪੰਜਾਬ ਸਰਕਾਰ ਨਕੰਮੀ ਸਰਕਾਰ, ਨਲਾਇਕ ਸਰਕਾਰ ਹੈ ਇਹ। ਹੁਣ ਤਾਂ ਤੁਹਾਨੂੰ ਬੜੀ ਮਤਲਬ ਦੀ ਗੱਲ ਦੱਸਣ ਲੱਗੇ, ਹੁਣ ਤਾਂ ਚੰਨੀ ਜੀ ਵੀ ਆ ਗਏ। ਸੁਣੋ ਨਾ, ਇਹ ਪੰਜਾਬ ਸਰਕਾਰ ਨੇ ਕਿਸਾਨਾਂ ਵਾਸਤੇ ਕੁਝ ਨਹੀਂ ਕੀਤਾ। 90,000 ਕਰੋੜ ਦਾ ਕਰਜ਼ਾ ਮਾਫ ਕਰਨ ਦੀ ਗੱਲ ਕਰਦੇ ਸੀ, ਨਹੀਂ ਕੀਤਾ ਨਾ, ਚਲੋ ਉਹਨੂੰ ਵੀ ਛੱਡ ਦਿਓ। ਨਾਲ ਦੇ ਸੂਬੇ ਹਰਿਆਣੇ ਦੇ ਅੰਦਰ 11 ਫਸਲਾਂ 'ਤੇ MSP ਸਰਕਾਰ ਆਪਣੇ ਕੋਲੋਂ ਦੇ ਰਹੀ ਹੈ। ਚਲੋ ਕਣਕ ਤੇ ਝੋਨੇ 'ਤੇ ਤਾਂ ਕੇਂਦਰ ਸਰਕਾਰ ਦਿੰਦੀ ਹੈ, ਕੇਂਦਰ ਸਰਕਾਰ ਦੇ ਰਹੀ ਹੈ, 2 ਕੱਢ ਦਿਓ। ਉਹ ਪੰਜਾਬ 'ਚ ਵੀ ਇਹ ਕੋਈ ਤੀਸਮਾਰੀ ਨਹੀਂ ਕਰ ਰਹੇ। ਪੰਜਾਬ ਦੇ ਅੰਦਰ ਜਿਹੜਾ ਝੋਨਾ ਤੇ ਕਣਕ ਚੱਕੀ ਜਾਂਦੀ ਹੈ, ਉਹ ਕੇਂਦਰ ਸਰਕਾਰ ਕਰਕੇ ਚੱਕੀ ਜਾ ਰਹੀ ਹੈ। ਇੱਕ ਵੀ ਫਸਲ ਦੇ ਉੱਪਰ MSP ਪੰਜਾਬ ਸਰਕਾਰ ਕਿਆ ਦੇ ਰਹੀ ਹੈ? ਜਦ ਕਿ ਹਰਿਆਣੇ ਦੀ ਸਰਕਾਰ, ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹ 9 ਫਸਲਾਂ ਦੇ ਉੱਪਰ MSP ਦੇ ਰਹੀ ਹੈ, ਜਿਹੜੀਆਂ ਉੱਥੇ ਟਰਡੀਸ਼ਨਲ ਫਸਲਾਂ ਨੇ। ਅਤੇ ਪੰਜਾਬ ਦੀ ਸਰਕਾਰ ਨਹੀਂ ਦੇ ਸਕਦੀ, ਇਹ ਕਰ ਸਕਦੀ ਹੈ। ਅਸੀਂ ਨਵੇਂ ਪੰਜਾਬ ਦੀ ਜਿਹੜੀ ਗੱਲ ਕਰਦੇ ਹਾਂ, ਅਸੀਂ ਲੈ ਕੇ ਆਵਾਂਗੇ। ਅਸੀਂ ਡਿਵਰਸੀਫਿਕੇਸ਼ਨ ਵੱਲ ਨੂੰ ਜੇ ਦੀ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਦੇ ਵਿੱਚ ਪਾਣੀ ਸਾਡਾ 400 ਫੁੱਟ 'ਤੇ ਚਲਾ ਗਿਆ, ਆਉਣ ਵਾਲੇ 5 ਸਾਲਾਂ 'ਚ 600 ਫੁੱਟ 'ਤੇ ਚਲਾ ਜਾਣਾ। ਸਾਨੂੰ ਦੂਜੀਆਂ ਫਸਲਾਂ 'ਤੇ ਆਉਣਾ ਚਾਹੀਦਾ। ਉਹ ਦੂਜੀਆਂ ਫਸਲਾਂ 'ਤੇ ਲਿਆਉਣ ਵਾਸਤੇ ਕਿਸਾਨ ਨੂੰ ਕਿਸ ਢੰਗ ਨਾਲ ਕੰਪਲਸੇਟ ਕਰਦੇ ਹੋਏ ਉਹਦਾ ਪ੍ਰਤੀ ਏਕੜ 60-70 ਹਜ਼ਾਰ 80 ਹਜ਼ਾਰ ਰੁਪਇਆ ਪੂਰਾ ਹੋ ਜੇ, ਉਹਦੀ ਯੋਜਨਾ ਬਣਾਉਣੀ ਚਾਹੀਦੀ ਹੈ। ਅਸੀਂ ਅੰਦੋਲਨ ਨੂੰ ਹਵਾ ਦੇਣ 'ਤੇ ਤੁਰੇ ਹੋਏ ਹਾਂ, ਜਦ ਕਿ ਜ਼ਰੂਰਤ ਹੈ। 5 ਸਾਲ ਬਾਅਦ ਝੋਨਾ ਲਾਣਾ ਨਹੀਂ, ਫਿਰ ਕੀ ਕਰੋਗੇ ਮੈਨੂੰ ਦੱਸੋ? ਜਦੋਂ ਪਾਣੀ ਨਹੀਂ ਹੋਣਾ ਤੇ ਝੋਨਾ ਲਾਣਾ ਕਿੱਦਾਂ ਫਿਰ? ਉਹਦੀ ਯੋਜਨਾ ਸਰਕਾਰਾਂ ਅੱਜ ਤੈਅ ਕਰ ਰਹੀਆਂ। ਪੰਜਾਬ ਸਰਕਾਰ ਕੇਵਲ ਅਸੀਂ ਹੁਣ 8 ਤਰੀਕ ਨੂੰ ਸੈਸ਼ਨ ਬੁਲਾ ਲਿਆ, ਅਸੀਂ ਮਤਾ ਪਾਸ ਕਰਾਂਗੇ ਜੀ। 8 ਤਰੀਕ ਨੂੰ ਸੈਸ਼ਨ ਬੁਲਾ ਲਿਆ, ਅਸੀਂ BSF ਦੇ ਖਿਲਾਫ ਮਤਾ ਪਾਸ ਕਰਾਂਗੇ, ਅਸੀਂ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਕਰਾਂਗੇ। ਮੈਨੂੰ ਤਾਂ ਇਹਨਾਂ ਦੀ ਅਕਲ ਤੋਂ ਹੀ ਹੈਰਾਨੀ ਆ ਰਹੀ ਹੈ ਕਿ ਬਈ ਤੁਸੀਂ ਦਿਮਾਗ ਥੋੜ੍ਹਾ ਕੰਮ ਲਗਾਓ ਆਪਣਾ। ਤੁਸੀਂ ਮਤੇ ਪਾਓ ਜਿਹੜੇ ਪਾਣੇ ਆ, ਜਿਹੜੀ ਸਿਆਸਤ ਗੰਦੀ ਕਰਨੀ ਹੈ ਕਰੋ, ਪਰ ਤੁਸੀਂ ਘੱਟੋ ਘੱਟ ਇਹ ਤਾਂ ਸੋਚੋ ਕਿ 5 ਸਾਲ ਬਾਅਦ ਕਿਸਾਨ ਨੂੰ, ਪੰਜਾਬ ਦੇ ਨੂੰ ਲੈ ਕੇ ਕਿੱਥੇ ਜਾਣਾ ਸੀ?
5 ਸਾਲ ਬਾਅਦ ਪੰਜਾਬ ਦੀ ਕਿਸਾਨੀ ਦਾ ਹੋਣਾ ਕੀ ਹੈ, ਕਦੇ ਉਹਦੇ ਤੇ ਵਿਚਾਰ ਕੀਤਾ? ਕਦੇ ਇਸ ਗੱਲ ਦੀ ਯੋਜਨਾ ਬਣਾਈ? ਕਦੇ ਪਲੈਨਿੰਗ ਸਰਕਾਰਾਂ ਨੇ ਕੀਤੀ ਕਿ ਕਿਸਾਨ ਦੀ ਖੇਤੀ ਨੂੰ ਕਿੱਦਾਂ ਅੱਛੇ ਢੰਗ ਨਾਲ ਬਣਾਈਏ? ਉਹ ਅੱਛੇ ਯੂਨਿਟ ਲਿਆਉਣ ਦੀ ਗੱਲ ਕਰਨ, ਫੂਡ ਪ੍ਰੋਸੈਸਿੰਗ ਪਲਾਂਟ ਲਿਆਉਣ ਦੀ ਗੱਲ ਕਰਨ ਕੇਂਦਰ ਸਰਕਾਰ ਨਾਲ ਕਿ ਜੀ ਕਿਸਾਨ ਆਹ ਫਸਲ ਲਗਾਊਗਾ, ਫੂਡ ਪ੍ਰੋਸੈਸਿੰਗ ਪਲਾਂਟ ਸਾਡੇ ਲੱਗਿਆ ਹੋਏਗਾ ਤੇ ਕਿਸਾਨ ਦੀ ਉਹ ਪਰਚੇਜ ਹੋਏਗੀ। ਜੋ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ, ਉਹਦੇ 'ਚ ਇਹ ਵਾਅਦਾ ਬਣੇ ਹੋਏ ਨੇ। ਕਦੇ ਜਿਹੜੇ ਐਗਰੀਕਲਚਰ ਐਕਸਪਰਟ ਨੇ, ਹੁਣ ਸਰਦਾਰਾ ਸਿੰਘ ਜੌਹਲ ਦਾ ਮੈਂ ਨਾਮ ਲੈਣਾ, ਇਹਨਾਂ ਨੇ ਉਹਨਾਂ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ। ਵਿਚਾਰੇ ਇੰਨੇ ਸਮਝਦਾਰ, ਦੇਖੋ ਉਸ ਬੰਦੇ ਨੇ ਸਮਝਿਆ। ਇਹ ਚੀਜ਼ਾਂ ਸਮਝਦੇ ਕਿਉਂ ਨਹੀਂ ਹੈਗੇ? ਮੇਰੀ ਇਹ ਗੱਲ ਤੋਂ ਬਾਹਰ ਹੈ। ਸੋ ਸਰਕਾਰਾਂ ਦਾ ਬਹੁਤ ਵੱਡਾ ਰੋਲ ਹੁੰਦਾ। ਜਦੋਂ ਅੱਛੀ ਕੋਈ ਗੱਲ ਆਉਂਦੀ ਹੈ ਸਰਕਾਰਾਂ ਨੂੰ ਸਮਝਾਉਣੀ ਚਾਹੀਦੀ ਹੈ। ਪੰਜਾਬ ਸਰਕਾਰ ਦੀ ਰੋਲ ਤਾਂ ਬਿਲਕੁਲ ਨੈਗੇਟਿਵ ਰਿਹਾ। ਉਹਨਾਂ ਨੂੰ ਸਮਝਾਉਣ ਦੀ ਬਜਾਏ ਉਹ ਅੰਦੋਲਨ ਵਾਲੇ ਪਾਸੇ ਉਹਨਾਂ ਨੇ ਤੋਰਿਆ, ਸਾਰਿਆਂ ਨੂੰ ਗੁੰਮਰਾਹ ਕਰਨ ਵਾਲੇ ਪਾਸੇ ਤੋਰਿਆ ਹੈਗਾ। ਸੋ ਇੱਕ ਬੜੀ ਦੁੱਖ ਦੀ ਗੱਲ ਹੈਗੀ ਹੈ। ਜੇ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣਦੀ ਹੈ, ਨਵੇਂ ਪੰਜਾਬ ਦੀ ਜਿਹਦੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਹਰ ਵਰਗ ਨੂੰ ਦਾ ਧਿਆਨ ਰੱਖਿਆ ਜਾਣਾ ਹੈ। ਕਿਸਾਨੀ ਨੂੰ ਵੀ ਕਿੱਦਾਂ ਅੱਗੇ ਲੈ ਕੇ ਜਾਣਾ, ਇਹਦੇ ਤੇ ਵਿਚਾਰ ਕਰਕੇ ਉਹਦੇ ਕਰਾਂਗੇ ਨਾ ਸਾਰੀਆਂ ਗੱਲਾਂ। ਸੋ ਇਹੀ ਮੈਂ ਤਾਂ ਜਥੇਬੰਦੀਆਂ ਨੂੰ ਵੀ ਇਹੀ ਗੱਲ ਕਹਿਣਾ ਕਿ ਬਈ ਤੁਸੀਂ ਬੈਠੋ, ਕੇਂਦਰ ਸਰਕਾਰ ਨਾਲ ਗੱਲ ਕਰੋ, ਕਿਸਾਨੀ ਵਾਸਤੇ ਜੋ ਅੱਛਾ ਹੁੰਦਾ ਉਹਦੇ ਵੱਲ ਨੂੰ ਤੁਰੋ ਨਾ। ਕਾਨੂੰਨ ਰੱਦ ਕਰਨੇ ਆ, ਜਿੱਤ ਕੇ ਆਉਣਾ। ਅਸੀਂ ਇਸ ਗੱਲ 'ਚ ਫਸੇ ਰਹਾਂਗੇ ਤੇ ਪੰਜਾਬ ਦਾ ਭਲਾ ਨਹੀਂ ਹੋਣਾ ਹੈ। ਗੁਪਤਾ ਜੀ, ਗੱਲ ਕਰ ਲਈ ਇਲੈਕਸ਼ਨ ਤਾਂ ਬਹੁਤ ਨੇੜੇ ਆ ਗਏ, ਤੁਹਾਡੀ ਪਲੈਨਿੰਗ ਚੱਲ ਰਹੀ ਆ। ਚੰਨੀ ਸਾਹਿਬ ਨੇ ਆ ਕੇ ਸਾਰਿਆਂ ਦਾ ਸਮੀਕਰਨ ਇੱਕ ਵਾਰੀ ਹਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਸਾਹਿਬ ਨੂੰ ਪ੍ਰਧਾਨ ਲਾਇਆ ਗਿਆ, ਉਸ ਤੋਂ ਬਾਅਦ ਚੰਨੀ ਸਾਹਿਬ CM ਲੱਗ ਗਏ। ਐ ਨਹੀਂ ਲੱਗਦਾ ਕਿ ਕਿਤੇ ਲੱਗ ਰਿਹਾ ਸੀਗਾ ਕਿ ਕਿਸੇ ਹੋਰ ਪਾਰਟੀ ਦੀ ਸਰਕਾਰ ਬਣ ਜੂਗੀ ਤਾਂ ਫਿਰ ਦੁਬਾਰਾ ਉਹੀ ਆ ਗਿਆ, ਮੁਫਤ ਇਹ ਤੇ ਮੁਫਤ ਉਹ, ਆ ਵੀ ਕਰ ਦਾਂਗੇ ਉਹ ਵੀ। 1 ਤਰੀਕ ਨੂੰ ਉਹਨੇ ਨਵਾਂ ਅਨਾਊਂਸਮੈਂਟ ਕਰਨੀ ਹੈ, ਕੋਈ ਹੋ ਸਕਦਾ ਸ਼ਾਇਦ ਬਿਜਲੀ ਦੀ ਹੋਵੇ, ਕਿਉਂਕਿ ਉਹ ਸਮਝੌਤੇ ਰੱਦ ਕਰਨ 'ਤੇ ਆ ਗਏ ਨੇ। ਕਿਸ ਤਰ੍ਹਾਂ ਦੇਖਦੇ ਹੋ ਚੰਨੀ ਸਾਹਿਬ ਦੀ ਇਸ ਪਾਰੀ ਨੂੰ ਜਿਹੜੀ ਆ ਥੋੜ੍ਹੇ ਟਾਈਮ ਵਾਸਤੇ ਹੈਗੀ ਆ, ਔਰ ਸਿੱਧੂ ਸਾਹਿਬ ਦੀ ਉਸ ਕਮਿਟਮੈਂਟ ਨੂੰ ਕਿ ਉਹ 18 ਨੂੰ 31 ਪ੍ਰੋਗਰਾਮ 16 ਨੂੰ 31 ਪ੍ਰੋਗਰਾਮ ਉਹਨਾਂ ਨੇ, ਕਿਉਂਕਿ ਤੁਹਾਡੀ ਪਾਰਟੀ ਦੇ ਪੁਰਾਣੇ ਰਹੇ ਨੇ ਉਹ। ਯਾਰ ਤੁਸੀਂ ਗੱਲ ਸੁਣੋ, ਦੇਖੋ ਮੈਨੂੰ ਤਾਂ ਨਾ ਇਹਦੇ ਹਾਸੀ ਜਿਹੀ ਆਉਂਦੀ ਹੈ। ਇਹ ਉਹ ਮਦਾਰੀਆਂ ਦਾ ਸ਼ੋਅ ਜਿੱਦਾਂ ਚੱਲਦਾ ਹੁੰਦਾ ਨਾ, ਉਹ ਡਰਾਮੇ ਕਰੀ ਜਾਂਦੇ ਦੋਨੋਂ ਜਣੇ। ਤੁਸੀਂ ਸਿੱਧੂ ਸਾਹਿਬ ਦੀ ਪੁਰਾਣੀ ਵੀਡੀਓ ਚੱਕੋ, ਜਿੱਦਣ ਉਹ ਪ੍ਰਧਾਨ ਬਣੇ ਸੀ ਨਾ, ਕਾਂਗਰਸ ਭਵਨ ਦੇ ਅੰਦਰ ਬੜਾ ਵੱਡਾ ਭਾਸ਼ਣ ਦਿੱਤਾ ਸੀ, ਮੇਰਾ ਮੰਜਾ ਬਿਸਤਰਾ ਇੱਥੇ ਲੱਗ ਜਾਣਾ। ਉਹ ਮੰਜਾ ਬਿਸਤਰਾ ਨਹੀਂ ਲੱਭਦਾ ਉਹਨਾਂ ਦਾ, ਹੈ ਨਾ ਜੀ? ਜਾ ਕੇ ਦੇਖੋ ਵੀ ਲੱਗਿਆ ਕਿਤੇ ਮੰਜਾ ਬਿਸਤਰਾ। ਬਈ ਉਹ ਲੋਕਾਂ ਦਾ ਲੀਡਰ ਹੈ ਨਹੀਂ। ਫਿਰ ਉਹ ਜੁੱਤੀ ਹੋ ਰਹੇ ਹਨ ਹੁਣ ਆਪਸ 'ਚ ਪੂਰੀ ਤਰ੍ਹਾਂ। ਪਹਿਲਾਂ ਕੈਪਟਨ ਸਾਹਿਬ ਨੂੰ ਰਲ ਕੇ ਇਹਨਾਂ ਨੇ ਭਜਾਇਆ, ਹੁਣ ਚੰਨੀ ਸਾਹਿਬ ਵੀ ਪਸੰਦ ਨਹੀਂ ਹੈਗੇ। ਅੱਗੇ ਚੰਨੀ ਸਾਹਿਬ ਦੀ ਵੀ ਸੁਣ ਲਓ ਵੀ ਅਫਲਾਤੂਨ ਨੇ, ਸਾਰੇ ਪੰਜਾਬ ਨੂੰ ਭੜਤਾ ਲਾ ਕੇ ਬੈਨਰ 'ਤੇ, ਉਹ ਵੱਡੇ ਹੋਲਡਿੰਗ 'ਤੇ ਐਡਾਂ ਲਾ ਕੇ। ਅਤੇ ਦਿੱਤਾ ਕੀ ਹੈ, ਜ਼ਮੀਨ 'ਤੇ ਕੀ ਉਤਰਿਆ ਹੈਗਾ? ਗੱਲ ਤਾਂ ਇਹ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਡੇਲੀ ਨਵੀਂ ਅਨਾਊਂਸਮੈਂਟਸ ਕਰ ਰਹੇ ਨੇ, ਡੇਲੀ ਨਵੀਂ ਅਨਾਊਂਸਮੈਂਟ ਹੈਗੀ ਹੈ ਕੋਈ ਅਨਾਊਂਸਮੈਂਟ ਕਰਨ ਨਾਲ ਕੀ ਹੋਣਾ? ਜ਼ਮੀਨ 'ਤੇ ਲੋਕਾਂ ਤੱਕ ਪਹੁੰਚਿਆ ਕੀ ਹੈ, ਵਿਚਾਰ ਇਹ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ, ਤੁਸੀਂ ਦੇਖੋ ਨਾ, ਅੱਜ 15 ਦਿਨ ਹੋ ਗਏ ਉਹਨਾਂ ਨੇ ਬੋਰਡ ਲਾਇਆ ਕਿ ਨਰਮੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਨਰਮੇ ਦੀ ਜਿਹੜੀ ਬਰਬਾਦ ਹੋਈ ਫਸਲ ਹੈ ਉਹਦਾ ਮੁਆਵਜ਼ਾ ਅਸੀਂ ਦੇ ਦਿੱਤਾ ਹੈਗਾ। ਉਹ ਜਿਹਦੀ ਫੋਟੋ ਲੱਗੀ ਹੈ ਵਿਚਾਰਿਆਂ ਨੂੰ ਉਹਨੂੰ ਨਹੀਂ ਮਿਲਿਆ ਹੈਗਾ। ਇਹ ਗੱਲਾਂ ਜਿਹੜੀਆਂ ਹੈਗੀਆਂ ਨਾ, ਤੁਸੀਂ ਇਹ ਚੀਜ਼ਾਂ ਨਾ ਸੋਚਣ ਵਾਲੀ। ਜਾ ਕੇ ਕੱਲ੍ਹ ਉੱਥੇ ਗੋਲਕੀਪਰ ਬਣੇ ਹੋਏ ਸੀਗੇ ਭਾਈ, ਗੋਲਕੀਪਰ ਬਣੋ, ਕੋਈ ਦਿੱਕਤ ਨਹੀਂ ਹੈਗੀ। ਸਵਾਲ ਹੈ ਗਰਾਊਂਡ 'ਤੇ ਕੁਛ ਕਰੋ। ਉਹ ਗਰਾਊਂਡ ਹੀ ਸੀ ਨਾ ਜਿੱਥੇ ਉਹ ਖੇਡ ਰਹੇ ਸੀਗੇ। ਨਹੀਂ, ਉਹ ਗਰਾਊਂਡ, ਇਹ ਬਣਾਉਟੀ ਗੱਲਾਂ ਹੈ। ਮੈਂ ਲੋਕਾਂ ਦੀ ਸੇਵਾ ਦੇ ਗਰਾਊਂਡ ਦੀ ਗੱਲ ਕਰ ਰਿਹਾ, ਜਿੱਥੇ ਜਾ ਕੇ ਲੋਕਾਂ ਦੀ ਸੇਵਾ ਕਰਨੀ ਹੈ, ਜਿੱਥੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ। ਤੁਹਾਡੇ ਤੋਂ ਲਾ ਐਂਡ ਆਰਡਰ ਦੀ ਜੋ ਪੰਜਾਬ 'ਚ ਹਾਲਤ ਹੈ, ਕਦੇ ਉਹਦੇ 'ਤੇ ਵਿਚਾਰ ਕੀਤਾ ਆਪਣਾ? ਕੱਲ੍ਹ ਵੀ ਤੁਹਾਡੇ ਸ਼ਹਿਰ ਦੇ ਵਿੱਚ ਗੋਲੀ ਚੱਲ ਗਈ, ਹਾਂਜੀ। ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ, ਰੋਜ਼ ਮਾਰਕਾਟ ਹੋ ਰਹੀ ਹੈ। ਕਿਸੇ ਨੂੰ ਕੋਈ ਪੁੱਛਣ ਵਾਲਾ ਹੀ ਹੈ ਨਹੀਂ, ਕਿਸੇ ਨੂੰ ਕੋਈ ਡੱਕਣ ਵਾਲਾ ਹੀ ਹੈ ਨਹੀਂ। ਬਈ ਇਹ ਚੀਜ਼ਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਸਰਕਾਰ ਨੂੰ ਇਹਨਾਂ 'ਤੇ ਧਿਆਨ ਦੇਣਾ ਪਊਗਾ ਨਾ। ਅੱਜ ਜਿਸ ਢੰਗ ਨਾਲ ਜਗ੍ਹਾ ਭ੍ਰਸ਼ਟਾਚਾਰ ਫੈਲਿਆ, ਚਲੋ ਪਹਿਲਾਂ ਇਹਨੂੰ ਹੀ ਲਗਾਮ ਪਾ ਲੈਣ ਚੰਨੀ ਸਾਹਿਬ। ਮੰਤਰੀ 9 ਵਜੇ ਪਹੁੰਚਿਆ ਕਰਨਗੇ ਜੀ, ਛਾਪੇ ਵੱਜਿਆ ਕਰਨਗੇ ਜੀ, ਫਲਾਣਾ ਹੋ ਜਾ। ਬੱਸ ਸਟੈਂਡ 'ਤੇ ਲੁਧਿਆਣੇ ਦੇ ਆ ਕੇ ਗਿਆ ਰਾਜਾ ਵੜਿੰਗ, ਕਹਿੰਦੇ ਜੀ ਇਹ ਕਰ ਦਾਂਗੇ। ਲੰਮਾ ਤੁਹਾਨੂੰ ਹੁਣੇ ਚੱਲੋ ਮੇਰੇ ਨਾਲ, ਮੈਂ ਤੁਹਾਨੂੰ ਹੁਣੇ ਥੋੜ੍ਹੀ ਦੇਰ 'ਚ ਭਰਨੀ ਹੈ ਨਜਾਇਜ਼ ਬੱਸ, ਉੱਥੋਂ ਥੋੜ੍ਹੀ ਦੇਰ 'ਚ ਭਰਨੀ ਹੈ, ਚਲੋ ਮੇਰੇ ਨਾਲ, ਹੁਣੇ ਦਿਖਾਉਂਦਾ ਮੈਂ ਤੁਹਾਨੂੰ। ਇਸ ਕਰਕੇ ਇਹ ਕੇਵਲ ਡਰਾਮੇ ਹੈ। ਸੈਟਲ ਕਰ ਰਹੇ ਨੇ ਆਪਣਾ ਸਿਸਟਮ ਨੂੰ। ਹਾਂ, ਸੈਟਲ ਕਰ ਰਹੇ ਨੇ। ਥੋੜ੍ਹੇ ਦਿਨ 'ਚ, ਮੈਂ ਨਹੀਂ ਕਹੂੰਗਾ ਥੋੜ੍ਹੇ ਦਿਨ, ਤੁਸੀਂ ਆਪ ਹੀ ਕਹਿਣਾ ਸ਼ੁਰੂ ਕਰਨਾ ਵੀ ਇਹ ਚੀਜ਼ਾਂ ਨੂੰ ਸੈਟਲ ਕਰਨ 'ਚ ਲੱਗੇ ਹੋਏ ਆ, ਹੋਰ ਕੁਝ ਨਹੀਂ ਹੈਗਾ ਇਹ। ਮੇਰਾ ਅਗਲਾ ਪ੍ਰਸ਼ਨ ਹੈ, ਲੁਧਿਆਣੇ 'ਚ ਕੱਲ੍ਹ ਰਵਨੀਤ ਬਿੱਟੂ ਜੀ ਆਏ, ਕਹਿੰਦੇ ਮੇਰੇ 'ਤੇ ਪਰਚਾ ਦਰਜ ਕਰ ਦਿਓ। ਕੱਲ੍ਹ ਆਇਆ ਸੀ? ਹਾਂ, ਕੱਲ੍ਹ ਇੱਥੇ ਸੀਗੇ ਉਹ, ਕਹਿੰਦੇ ਵੀ ਕੱਲ੍ਹ ਇੱਥੇ ਪਰਚਾ ਦਰਜ ਕਰ ਦਿਓ। ਇਹ ਪਰਚੇ ਦਰਜ ਕਰਾਉਣ ਦੇ ਨਾਲ ਕੀ ਲੋਕਾਂ ਦਾ ਭਲਾ ਹੋ ਸਕਦਾ ਕਿ ਤੁਹਾਡੇ ਨਵੇਂ ਪੰਜਾਬ ਦੇ ਵਿੱਚ ਕੁਛ ਇਸ ਤਰ੍ਹਾਂ ਸਿਸਟਮ ਤਾਂ ਨਹੀਂ ਹੈ, ਤੁਸੀਂ ਵੀ ਪਰਚੇ ਦਰਜ ਤਾਂ ਨਹੀਂ ਕਰਾਉਣੇ ਆਪਣੇ ਉੱਤੇ? ਨਹੀਂ, ਉਹ ਪਰਚਾ ਕਾਹਦਾ ਦਰਜ ਕਰਨ ਦੀ, ਮੇਰਾ ਇੱਕ ਸਵਾਲ ਹੈ, ਕਾਹਦਾ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਸੀਗੇ? ਉਹ ਕਹਿੰਦੇ ਜਿਹੜੀਆਂ ਸੜਕਾਂ ਧੱਸ ਰਹੀਆਂ ਨੇ
ਜਾਂ ਜਿਹੜੇ ਰੋਡ ਖਰਾਬ ਹੋ ਰਹੇ ਨੇ, ਕਿਉਂਕਿ ਚੰਨੀ ਸਾਹਿਬ ਨੇ ਤਾਂ ਵਾਅਦਾ ਕੀਤਾ ਸੀ ਨਾ ਕਿ ਆਪਾਂ ਸਾਰੇ ਕੀ ਕਹਿੰਦੇ ਆ ਉਹ ਰੋਡ ਪੱਕੇ ਕਰ ਦੇਣੇ ਆ, ਸਭ ਕੁਝ ਕਰ ਦੇਣਾ। ਹੁਣ ਕਿਉਂਕਿ ਸਰਕਾਰ ਆ ਗਈ ਹੈ, ਜਿਹੜੀ ਸੜਕਾਂ ਧੱਸ ਰਹੀਆਂ ਨੇ ਉਹਦੇ ਉੱਪਰ ਉਹ ਕਹਿ ਰਹੇ ਨੇ ਕਿ ਅਸੀਂ ਪਰਚਾ ਦਰਜ ਕਰਾ ਦਈਏ ਆਪਣੇ ਉੱਪਰ। ਕੀ ਤੁਹਾਨੂੰ ਲੱਗਦਾ ਹੈ ਕਿ ਪਬਲਿਸਿਟੀ ਸਟੰਟ ਹੈ ਉਹਨਾਂ ਨੇ ਖੇਡਿਆ ਹੈ? ਦੇਖੋ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਰਵਨੀਤ ਸਿੰਘ ਬਿੱਟੂ ਦਾ ਨਾ ਕੋਈ ਦਿਮਾਗੀ ਸੰਤੁਲਨ ਉਹ ਖੋ ਬੈਠੇ ਆ। ਠੀਕ ਹੈ। ਉਹਨਾਂ ਦੀ ਨਿੱਤ ਤੁਸੀਂ ਪਿਛਲੀਆਂ ਸਟੇਟਮੈਂਟਾਂ ਕੱਢ ਕੇ ਦੇਖ ਲਓ, ਕਦੇ ਕੁਝ ਬੋਲਦੇ ਆ, ਕਦੇ ਕੁਝ ਬੋਲਦੇ ਆ। ਠੀਕ ਹੈ। ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪਹਿਲਾਂ ਭਾਜਪਾ ਨੂੰ ਭੰਡਿਆ ਕਾਨੂੰਨਾਂ ਵਾਲੇ ਮਾਮਲੇ ਨੂੰ ਲੈ ਕੇ, ਫਿਰ ਉਹ ਆਪ ਚਲੇ ਗਏ ਇੱਕ ਦਿਨ ਉੱਥੇ ਅੰਦੋਲਨਕਾਰੀਆਂ 'ਚ। ਫਿਰ ਜਦੋਂ ਉਹਨਾਂ ਨੇ ਤੈਅ ਲਾ ਕੇ ਕੁੱਟਿਆ, ਫਿਰ ਉਹਨਾਂ ਨੂੰ ਅੱਤਵਾਦੀ ਦੱਸਣਾ ਸ਼ੁਰੂ ਕਰਤਾ। ਪਹਿਲਾਂ ਉਹ ਕਹਿੰਦੇ ਤੁਸੀਂ ਅੱਤਵਾਦੀ ਕਹਿੰਦੇ ਹੋ, ਤੁਸੀਂ ਫਲਾਣਾ ਕਹਿੰਦੇ ਹੋ, ਸਾਨੂੰ ਕਹਿੰਦੇ ਸੀ ਉਹ। ਅਸੀਂ ਤਾਂ ਜਦ ਕਿ ਸਾਡੇ ਕਿਸੇ ਲੀਡਰ ਨੇ ਕਦੇ ਇੱਦਾਂ ਦੀ ਕੋਈ ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕੀਤਾ ਕਿ ਉਹ ਅੱਤਵਾਦੀ ਹੈ ਜਾਂ ਹੋਰ ਹੈ। ਜਦੋਂ ਉਹਨਾਂ ਨੇ ਉਹਦੇ ਨਾਲ ਉਹਦੀ ਤਸੱਲੀ ਕਰਾਈ ਤੇ ਬਾਹਰ ਆ ਕੇ ਕਹਿੰਦੇ ਵੀ ਅੱਤਵਾਦੀ ਨੇ। ਫਿਰ ਕਦੇ ਕਿਸ ਤਰ੍ਹਾਂ ਦੀ ਸਟੇਟਮੈਂਟ, ਕਦੇ ਕਹਿੰਦੇ ਮੈਂ ਕਰਾਇਆ ਅਸ਼ਵਨੀ ਸ਼ਰਮੇ 'ਤੇ ਹਮਲਾ, ਮੇਰੇ 'ਤੇ ਪਰਚਾ ਦਰਜ ਕਰ ਦਿਓ। ਕਦੇ ਕਹਿੰਦਾ ਕਿ ਜੀ ਹੁਣ ਤੁਸੀਂ ਦੱਸ ਰਹੇ ਹੋ ਕਿ ਕੱਲ੍ਹ ਜਿਹੜੀ ਘਟਨਾ ਹੋਈ ਹੈ ਉਹਦੇ 'ਤੇ ਮੇਰੇ 'ਤੇ ਪਰਚਾ ਦਰਜ ਕਰ ਦਿਓ। ਪਰਚੇ ਤਾਂ ਉਹਨਾਂ 'ਤੇ ਕਈ ਦਰਜ ਹੋਣੇ ਚਾਹੀਦੇ ਆ। ਫਿਰ ਉਹ ਜਦੋਂ ਦੇ MP ਬਣੇ ਹੈ, ਪਹਿਲਾਂ ਤਾਂ ਲੁਧਿਆਣੇ 'ਚੋਂ ਗਾਇਬ ਨੇ, ਪਹਿਲਾਂ ਤਾਂ ਇਹਦਾ ਪਰਚਾ ਬਣਦਾ ਉਹਦੇ 'ਤੇ। ਲੋਕਾਂ ਨਾਲ ਹੁਣ ਐਡੇ ਵਾਅਦੇ ਕੀਤੇ ਸੀ ਜਿੱਤਣ ਤੋਂ ਪਹਿਲਾਂ ਇਲੈਕਸ਼ਨ, ਕਿ ਮੈਂ ਇਹ ਕਰਾਊਂਗਾ, ਮੈਂ ਇੰਨੇ ਫੰਡ ਦਊਂਗਾ, ਮੈਂ ਇੰਨੇ ਕਰਿਆ। ਜਰਾ ਰਿਕਾਰਡ ਪੇਸ਼ ਕਰਨ ਆਪਣਾ ਕਿ ਹੁਣ ਤੱਕ ਜਿਹੜਾ 2-2.5 ਸਾਲ ਦਾ ਸਮਾਂ ਨਿਕਲਿਆ ਹੈ, 2019 ਤੋਂ ਲੈ ਕੇ ਹੁਣ 2.5 ਸਾਲ ਹੋ ਗਏ ਆ, ਕਿ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ ਜਾਂ ਪਿਛਲੇ 5 ਸਾਲ ਦੀ ਕੀ ਕਾਰਗੁਜ਼ਾਰੀ ਸੀਗੀ। ਕਿੰਨੇ ਕੁ ਫੰਡ ਉਹਨਾਂ ਨੇ ਹੁਣ ਲਾਏ ਨੇ ਤੇ ਲਵਾਏ ਨੇ, ਕਿੰਨਾ ਕੁ ਜਿਹੜੀਆਂ ਕਮਿਟਮੈਂਟ ਲੋਕਾਂ ਨਾਲ ਕੀਤੀਆਂ ਸੀ ਕਿੰਨੀਆਂ ਪੂਰੀਆਂ ਕੀਤੀਆਂ ਹੈਗੀਆਂ। ਔਰ ਜੇ ਐਡੀ ਵੱਡੀ ਘਟਨਾ ਵਾਪਰੀ ਹੈ ਲੁਧਿਆਣੇ ਤੇ 2 ਜਗ੍ਹਾ ਸੜਕ ਧੱਸੀ ਹੈ, ਪੁਰਾਣੀਆਂ ਜਿਵੇਂ 3-4 ਇਹਨਾਂ ਦੇ ਟਨਿਓਰ ਦੇ ਵਿੱਚ ਲਗਾਤਾਰ ਸੜਕਾਂ ਧੱਸ ਰਹੀਆਂ ਨੇ। ਠੀਕ ਹੈ, ਕਦੀ ਕੋਈ ਕਿਤੇ ਕਿਸੇ ਰੋਡ ਧੱਸ ਜਾਂਦੀ ਆ, ਕੋਈ ਵੱਡਾ ਰੋਡ ਧੱਸ ਜਾਂਦਾ ਵਾ। ਲੇਕਿਨ ਐਤਕੀ ਉਹਨਾਂ ਨੇ ਲਿਆ ਕਿ ਬਈ ਮੈਂ ਇਸ ਚੀਜ਼ ਦਾ ਗੁਨੇਗਾਰ ਹਾਂ। ਉਹਨਾਂ ਨੇ ਆਪਣੇ 'ਤੇ ਗੱਲ ਲਈ ਆ, ਪਰ ਕਿਸੇ ਲੀਡਰ ਨੇ ਇੰਨੀ ਹਿੰਮਤ ਨਹੀਂ ਨਾ ਕੀਤੀ। ਨਹੀਂ, ਉਹ ਕੀ ਹਿੰਮਤ ਕੀਤੀ ਉਹਨਾਂ ਨੇ? ਪਰਚਾ ਦਰਜ ਕਰਾਉਣ ਦੀ ਹਿੰਮਤ ਕਰ ਲਈ ਨਾ। ਨਹੀਂ, ਪਰਚਾ ਦਰਜ ਕਿਸੇ ਨੇ ਕਰਨਾ ਹੈ, ਸਰਕਾਰ ਉਹਨਾਂ ਦੀ ਹੈ। ਕਿਹਨੇ ਪਰਚਾ ਕਰਨਾ ਹੈ? ਕੇਵਲ ਪੋਲੀਟੀਕਲ ਸਟੰਟ ਕਰਦੇ ਨੇ। ਬੜੇ ਦੁੱਖ ਦੀ ਗੱਲ ਹੈਗੀ ਹੈ, ਤੁਸੀਂ ਐਦਾਂ ਦੀਆਂ ਗੱਲਾਂ ਕਰਕੇ ਕਿ ਰਾਜਨੀਤਿਕ ਸਟੰਟ ਕਰ ਲਿਆ, ਹੋਰ ਤਾਂ ਕੁਛ ਨਹੀਂ ਇਸ ਤੋਂ ਇਲਾਵਾ। ਕਿ ਜੀ ਮੈਂ ਲੋਕਾਂ ਦਾ ਬੜਾ ਹਮਦਰਦ ਹਾਂ, ਮੇਰੇ 'ਤੇ ਪਰਚਾ ਦਰਜ ਕਰ ਲਿਓ। ਇਹ ਬੜੀ ਸ਼ਰਮ ਦੀ ਗੱਲ ਹੈਗੀ ਹੈ ਕਿ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ, ਲੋਕ ਸਭਾ ਦੇ ਵਿੱਚ ਪ੍ਰਤੀਨਿਧ ਕਰਦੇ ਹੋ ਲੁਧਿਆਣੇ ਦਾ। ਤੁਸੀਂ ਲੁਧਿਆਣੇ ਨੂੰ ਦਿੱਤਾ ਕੀ ਹੈ? ਇਹਦੇ 'ਤੇ ਵਿਚਾਰ ਆਪਣੇ ਜਰਾ ਅੰਦਰ ਝਾਤੀ ਮਾਰੋ ਤੁਸੀਂ ਕਿ ਦਿੱਤਾ ਕੀ ਹੈ ਲੁਧਿਆਣੇ ਵਾਸਤੇ, ਕੀ ਲੈ ਕੇ ਆਏ ਆ। ਚਲੋ ਕੋਈ ਇੱਕ ਬੰਦਾ ਕਹਿੰਦਾ ਨਾ, ਅੱਜ ਤੁਸੀਂ 7.5 ਸਾਲ ਤੋਂ MP ਹੈ ਲੁਧਿਆਣੇ ਦੇ, 7.5 ਸਾਲ ਦੀ ਕਾਰਗੁਜ਼ਾਰੀ 'ਚ ਇੱਕ ਵੀ ਗੱਲ ਕੋਈ ਵੱਡੀ ਦੱਸ ਦੇਣ ਕਿ ਜੀ ਮੈਂ ਲੁਧਿਆਣੇ ਵਾਸਤੇ ਆਹ ਕਰਕੇ ਆਇਆ, ਮੈਂ ਲੁਧਿਆਣੇ ਨੂੰ ਲਿਆ ਕੇ ਦੇ ਦਿੱਤਾ। ਇੱਕ ਤਾਂ ਦੱਸਣ ਨਾ ਮੈਨੂੰ। ਉਹ ਤਾਂ ਬਾਰ-ਬਾਰ ਇਹੀ ਕਹਿੰਦੇ ਨੇ ਕਿ ਜਿੰਨੇ ਪ੍ਰੋਜੈਕਟ ਸ਼ੁਰੂ ਨੇ ਉਹ ਸਾਰੇ ਸ਼ੁਰੂ ਹੀ ਉਹ ਕਰਾਉਂਦੇ ਪਏ ਨੇ। ਕਿਹੜਾ ਪ੍ਰੋਜੈਕਟ ਹੋਣਾ? ਸਮਾਰਟ ਸਿਟੀ ਦਾ ਪ੍ਰੋਜੈਕਟ ਹੋ ਗਿਆ, ਜਗਰਾਓਂ ਪੁਲ ਦਾ, ਜਿੱਥੇ ਤੁਸੀਂ ਦੇਖ ਤਾਂ ਰਹੇ ਹੋ। ਮੈਨੂੰ ਹਾਸੀ ਆਉਂਦੀ ਇਹਨਾਂ 'ਤੇ। ਸਮਾਰਟ ਸਿਟੀ ਕੇਂਦਰ ਸਰਕਾਰ ਨੇ ਸਿਲੈਕਟ ਕੀਤੀਆਂ ਸੀਗੀਆਂ ਪਹਿਲੀਆਂ 100 ਸਿਟੀ ਦੇ ਅੰਦਰ, ਜਦੋਂ ਸਾਡਾ ਲੁਧਿਆਣਾ ਸ਼ਹਿਰ ਆਇਆ। ਠੀਕ ਹੈ ਨਾ, ਉਹਦੇ 'ਚ ਇਹਨਾਂ ਦੀ ਕੀ ਕੰਟਰੀਬਿਊਸ਼ਨ ਹੈ? ਫਿਰ ਜੋ ਧੱਜੀਆਂ ਇਹਨਾਂ ਨੇ ਸਮਾਰਟ ਸਿਟੀ ਦੀਆਂ ਉਡਾਈਆਂ ਲੁਧਿਆਣੇ ਦੇ ਅੰਦਰ, ਜਿਸ ਢੰਗ ਦੀ ਬੈਡ ਕਾਰਗੁਜ਼ਾਰੀ ਜਿਹੜੀ ਹੈ ਉਹ ਇਹਨਾਂ ਦੀ ਹੈਗੀ ਹੈ ਲੁਧਿਆਣੇ ਦੇ ਅੰਦਰ, ਚਾਹੇ ਉਹ ਕਾਰਪੋਰੇਸ਼ਨ ਹੋਵੇ, ਚਾਹੇ ਉਹ ਇਹਨਾਂ ਦੇ MLA ਹੋਣ, ਚਾਹੇ ਉਹਨਾਂ ਦੇ ਮੰਤਰੀ ਹੋਣ, ਜੋ ਜਿਸ ਢੰਗ ਨਾਲ ਇੱਕ ਪਰਟੀਕੂਲਰ ਛੋਟੇ ਏਰੀਏ ਨੂੰ ਚਿੰਨ੍ਹਿਤ ਕਰਕੇ ਉੱਥੇ ਪੈਸਾ ਲਾਈ ਜਾਂਦੇ ਨੇ ਅਤੇ ਮੌਜ ਉਡਾਈ ਜਾਂਦੇ ਨੇ। ਇਹ ਕੰਮ ਚੱਲਦਾ ਪਿਆ ਨਾ, ਜਦ ਕਿ ਪੂਰੇ ਲੁਧਿਆਣੇ ਨੂੰ ਸਮਾਰਟ ਸਿਟੀ ਦੀ ਬਣਾਉਣ ਦੀ ਗੱਲ ਸੀ। ਕਿੰਨਾ ਕੁਛ ਉਹਦੇ 'ਚ ਹੋਣਾ ਹੈ, ਸਵੱਛ ਪਾਣੀ, ਲਾਈਟਾਂ, ਕੂੜੇ ਦਾ ਡੰਪ ਨਜ਼ਰ ਨਹੀਂ ਆਉਣਾ ਚਾਹੀਦਾ। ਪਰਟੀਕੂਲਰ ਇੱਕ ਏਰੀਏ 'ਤੇ ਫੋਕਸ ਕੀਤਾ ਹੋਇਆ, ਉਹ ਪੱਛਮੀ ਵਿਧਾਨ ਸਭਾ ਦਾ ਇੱਕ ਏਰੀਆ ਹੈਗਾ। ਔਰ ਇੱਥੋਂ ਦੇ ਮੰਤਰੀ ਨੇ ਲੋਕਲ, ਉਹ ਮੰਤਰੀ ਜੀ ਆਪਣਾ ਸਿਸਟਮ ਬਣਾਉਣ ਵਾਸਤੇ ਉਹ ਕਰ ਰਹੇ ਨੇ। ਔਰ ਉਹ ਵੀ ਪੈਸਾ ਸਾਰਾ ਸਮਾਰਟ ਸਿਟੀ ਸੈਂਟਰ ਸਰਕਾਰ ਦਾ ਪੈਸਾ ਹੈ। ਬਈ ਇਹਨਾਂ ਗੱਲਾਂ ਤੋਂ ਮੈਨੂੰ ਤਾਂ ਬੜੀ ਅਫਸੋਸ ਹੈ ਕਿ ਲੁਧਿਆਣੇ ਵਾਸਤੇ ਕੀ ਰਹੇ ਨੇ ਲੁਧਿਆਣੇ ਦਾ। ਇਹਨਾਂ ਨੇ ਲੁਧਿਆਣੇ ਦਾ ਬਣਾ ਕੀ ਦਿੱਤਾ? ਅੱਜ ਸੜਕਾਂ ਹੀ ਦੇਖ ਲਓ, ਚਲੋ ਤੁਸੀਂ ਪੂਰੇ ਲੁਧਿਆਣੇ 'ਚ, ਤੁਸੀਂ ਲੁਧਿਆਣੇ ਦੇ ਰਹਿਣ ਵਾਲੇ ਹੋ ਨਾ, ਸੜਕਾਂ ਦੇਖ ਲਓ ਕਿੱਦਾਂ ਗੱਡੇ ਪਏ ਨੇ, ਬੁਰਾ ਹਾਲ ਲੁਧਿਆਣੇ ਦਾ ਹੋਇਆ ਪਿਆ ਹੈਗਾ। ਕੋਈ ਕਦੇ ਚਿੰਤਾ ਨਹੀਂ ਕੀਤੀ ਕਿਸੇ ਨੇ ਵੀ ਬਾਈ ਇਹਨਾਂ ਨੂੰ ਠੀਕ ਕਰਾ ਦਈਏ, ਬਈ ਗੱਡੇ ਹੀ ਭਰਾ ਦਈਏ, ਖੱਡੇ ਹੀ ਭਰਾ ਦਈਏ, ਹੋਰ ਨਹੀਂ ਤਾਂ ਕੁਛ। ਅੱਗੇ ਤਾਂ ਪਿਛਲੀ ਵਾਰੀ ਸਰਕਾਰ ਜਦੋਂ ਸੀਗੀ ਤੇ ਚੰਨੀ ਸਾਹਿਬ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ 'ਚ ਵੀ ਅਸੀਂ ਪੈਚ ਵਰਕ ਕਰਾਏ ਆ। ਐਤਕੀ ਤਾਂ ਪੈਚ ਵਰਕ ਵੀ ਨਹੀਂ ਹੋ ਰਹੇ, ਐਤਕੀ ਤਾਂ ਇਹਨਾਂ ਤੋਂ ਪੈਚ ਵਰਕ ਵੀ ਨਹੀਂ ਹੋ ਰਹੇ। ਸੋ ਬੜੀ ਮਾੜੀ ਹਾਲਤ ਹੈਗੀ ਆ। ਇਹ ਰਾਜਨੀਤਿਕ ਸਟੰਟ ਕਰਨ ਤੋਂ ਰਵਨੀਤ ਬਿੱਟੂ ਜੀ ਨੂੰ ਬਾਜ਼ ਆਉਣਾ ਚਾਹੀਦਾ। ਜੋ ਬੇਸਿਕਲ ਚੀਜ਼ਾਂ ਹੈਗੀਆਂ ਲੋਕਾਂ ਦੀਆਂ, ਉਹਦੇ 'ਤੇ ਕੰਮ ਕਰਨਾ ਚਾਹੀਦਾ। ਸੋ ਇੱਕ ਆਖਰੀ ਪ੍ਰਸ਼ਨ ਹੈ ਇਸ ਤੋਂ ਬਾਅਦ
ਇਸ ਕਨਵਰਸੇਸ਼ਨ ਨੂੰ ਸਮਾਪਤ ਕਰਾਂਗੇ। ਗੁਪਤਾ ਜੀ, ਨਵੇਂ ਪੰਜਾਬ ਦੇ ਵਿੱਚ ਤੁਸੀਂ ਦੱਸਿਆ ਕਿ ਲਾਅ ਐਂਡ ਆਰਡਰ ਦੀ ਵਿਵਸਥਾ ਨੂੰ ਸੈੱਟ ਕਰਾਂਗੇ, ਹਰ ਚੀਜ਼ ਸੈੱਟ ਕਰਨ ਦੀ। ਕੋਈ ਇੱਕ ਐਸਾ ਦੱਸੋ ਕਿ ਜਿਹੜੇ ਯੁਵਾਵਾਂ ਵਾਸਤੇ, ਜੋ ਸਾਡਾ ਯੁਵਾ ਹੈ ਜੋ ਬਾਹਰ ਚੱਲਿਆ ਹੈ, ਕਿਉਂਕਿ ਬਾਦਲ ਸਾਹਿਬ ਨੇ ਅਨਾਉਂਸ ਕਰਤਾ ਹੈ ਕਿ ਉਹ ਲੋਨ ਦੇਣਗੇ ਬਾਹਰ ਜਾਣ ਵਾਸਤੇ, ਤੁਸੀਂ ਵੀ ਕੁਝ ਇਸ ਤਰ੍ਹਾਂ ਦੀ ਵਿਵਸਥਾ ਕਰ ਰਹੇ ਹੋ, ਬਾਹਰ ਜਾਣ ਵਾਸਤੇ ਲੋਨ ਵਗੈਰਾ ਦੇ ਰਹੇ ਹੋ? ਦੇਖੋ, ਬਾਹਰ ਭੇਜਣ ਵਾਸਤੇ ਮੈਂ ਕਦੇ ਨਹੀਂ, ਇਹ ਉਹਨਾਂ ਦੀ ਸੋਚ ਹੋ ਸਕਦੀ ਹੈ। ਵੋਟਾਂ ਪ੍ਰਾਪਤ ਕਰਨ ਵਾਸਤੇ ਤੁਸੀਂ ਜੋ ਮਰਜ਼ੀ ਕਹੀ ਜਾਓ, ਅਸੀਂ ਲੋਨ ਦੇਵਾਂਗੇ ਜੀ, ਇਹ ਕਰਾਂਗੇ, ਉਹ ਤਾਂ ਬਥੇਰੀਆਂ ਕੰਪਨੀਆਂ ਲੋਨ ਦੇ ਵੀ ਰਹੀਆਂ। ਜਿਹੜੇ ਮੰਗਦੇ ਨੇ ਲੋਨ, ਕੋਈ ਮਨਾ ਕਰਦਾ? ਬੈਂਕ ਕਰ ਦੇ ਹੀ ਰਹੇ ਨੇ। ਦੇਖੋ, ਬੇਸਿਕ ਚੀਜ਼ਾਂ ਇਹ ਹੈਗਾ ਕਿ ਪੰਜਾਬ 'ਚ ਰੁਜ਼ਗਾਰ ਪੈਦਾ ਕਰਨ ਦੀ ਜ਼ਰੂਰਤ ਹੈ, ਪੰਜਾਬ ਨੂੰ ਇੰਡਸਟਰੀ ਦੇਣ ਦੀ ਜ਼ਰੂਰਤ ਹੈ, ਕਿਸਾਨੀ ਇੱਦਾਂ ਦੀ ਬਣਾਉਣ ਦੀ ਜ਼ਰੂਰਤ ਹੈ ਕਿ ਕਿਸਾਨੀ ਪ੍ਰੋਫੈਸ਼ਨਲ ਬਣ ਜੇ। ਉਹ ਕਿਸਾਨ ਪੁਰਾਣਾ ਉੱਦਾਂ ਦਾ ਕਿਸਾਨ ਕਣਕ ਅਤੇ ਝੋਨੇ 'ਚ ਫਸਿਆ ਹੋਇਆ, ਕਣਕ ਝੋਨਾ ਲੱਗਣਾ ਹੈ, ਉਹ ਕੋਈ ਦਿੱਕਤ ਨਹੀਂ, MSPਆਂ ਰਹਿਣੀਆਂ, ਮੰਡੀਆਂ ਰਹਿਣੀਆਂ, APMC ਐਕਟ ਰਹਿਣਾ, ਸਭ ਕੁਝ ਰਹਿਣਾ, ਕੋਈ ਦਿੱਕਤ ਨਹੀਂ। ਪਰ ਕਿਸਾਨ ਨੂੰ ਦੂਜੇ ਪਾਸੇ ਵੀ ਲਿਜਾਣ ਦੀ ਜ਼ਰੂਰਤ ਹੈਗੀ ਹੈ ਕਿ ਦੂਜੀਆਂ ਫਸਲਾਂ ਤੋਂ ਬਾਅਦ ਉਹ ਸ਼ਕਤੀਵਾਨ ਹੋਵੇ, ਉਹ ਪ੍ਰੋਫੈਸ਼ਨਲ ਕਿਸਾਨ ਬਣੇ, ਉਹ ਵਪਾਰੀ ਕਿਸਾਨ ਬਣੇ, ਇੱਦਾਂ ਦਾ ਉਹਨੂੰ ਕਰਨਾ ਚਾਹੀਦਾ ਹੈਗਾ। ਸੋ ਮੈਂ ਸਮਝਦਾ ਕਿ ਉਹਦੀ ਜ਼ਰੂਰਤ ਹੈਗੀ ਹੈ। ਕਿਸਾਨਾਂ ਦੇ ਵਾਸਤੇ ਅੱਛਾ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਔਰ ਜਦੋਂ ਇੰਡਸਟਰੀ ਆਏਗੀ, ਜਦੋਂ ਕਿਸਾਨ ਅੱਛਾ ਬਣੇਗਾ ਅਤੇ ਰੁਜ਼ਗਾਰ ਪੈਦਾ ਹੋਣਗੇ, ਬੇਰੁਜ਼ਗਾਰੀ ਘਟੇਗੀ। ਇਸ ਤੋਂ ਇਲਾਵਾ ਹੋਰ ਅਨੇਕਾਂ ਕੰਮ, ਦੇਖੋ ਇਸ ਤਰ੍ਹਾਂ ਕਹਿਣ ਕਿ ਮੈਂ 20 ਲੱਖ ਨੌਕਰੀਆਂ ਦਊਂਗਾ, ਮੈਂ 25 ਲੱਖ ਨੌਕਰੀਆਂ ਦਊਂਗਾ, ਸਰਕਾਰ ਕੋਲ ਜਿੰਨਾ ਬਚੜਾ ਉਸ ਤੋਂ ਜ਼ਿਆਦਾ ਨੌਕਰੀਆਂ ਮਿਲ ਸਕਦੀਆਂ। ਇਹ ਕੇਵਲ ਜਨਤਾ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ, ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਜ਼ਰੂਰਤ ਹੈ। ਇੰਡਸਟਰੀ ਤਾਂ ਸਾਡੀ ਪਲਾਨ ਕਰੀ ਜਾਂਦੀ ਹੈ, ਉਹਨਾਂ ਨੂੰ ਅਸੀਂ ਭਜਾਉਣ 'ਤੇ ਲੱਗੇ ਹੋਏ ਹਾਂ। ਇੰਪਲਾਇਮੈਂਟ ਪੈਦਾ ਕਿੱਥੋਂ ਹੋਣੀ ਹੈ? ਠੀਕ ਹੈ ਨਾ। ਇਸ ਕਰਕੇ ਸਾਡੀ ਪ੍ਰਾਇਓਰਟੀ ਰਹੂਗੀ ਕਿ ਕਿਸਾਨੀ ਨੂੰ ਸ਼ਕਤੀਵਾਨ ਬਣਾਇਆ ਜਾਵੇ, ਸੁਦ੍ਰਿੜ ਬਣਾਇਆ ਜਾਵੇ, ਇੰਡਸਟਰੀ ਨੂੰ ਦੁਬਾਰਾ ਪਹਿਲਾਂ ਤਾਂ ਪਲਾਨ ਕਰਨ ਤੋਂ ਰੋਕੀਏ ਔਰ ਇੰਡਸਟਰੀ ਵਧਾਈ ਜਾਵੇ। ਇੱਥੇ ਵਪਾਰ ਨੂੰ ਪ੍ਰਫੁੱਲਿਤ ਕੀਤਾ ਜਾਵੇ, ਵਪਾਰ ਨੂੰ ਤਗੜਾ ਕੀਤਾ ਜਾਵੇ। ਇਹ ਜਦੋਂ ਤਿੰਨਾਂ ਦਾ ਕੰਬੀਨੇਸ਼ਨ ਬੈਠਣਾ ਹੈ, ਫਿਰ ਹਰ ਵਰਗ ਨੂੰ ਕੰਮ ਮਿਲਣਾ ਹੈਗਾ, ਬੇਰੁਜ਼ਗਾਰੀ ਘਟਣੀ ਹੈ, ਰੁਜ਼ਗਾਰ ਮਿਲਣਗੇ, ਰੁਜ਼ਗਾਰ ਦੇ ਨਵੇਂ ਅਵਸਰ ਬਣਾਵਾਂਗੇ ਔਰ ਫਿਰ ਜਿਹੜਾ ਹੈਗਾ ਉਹ ਬਾਹਰ ਜਾਣ ਵਾਲਾ ਮਾਮਲਾ ਆਪੇ ਹੀ ਕੁਐਸਚਨ ਹੋ ਜਾਣਾ, ਮਾਰਕ ਬਾਹਰ ਜਾਣਾ ਰੁਕ ਜਾਣਾ। ਕਿਉਂਕਿ ਬਾਹਰ ਜਦੋਂ ਕੋਈ ਜਾਂਦਾ, ਜਦੋਂ ਇੱਥੇ ਰੁਜ਼ਗਾਰ ਨਹੀਂ ਹੈਗਾ, ਜਦੋਂ ਇੱਥੇ ਕੰਮ ਨਹੀਂ ਹੈਗਾ, ਇੱਥੇ ਸਿਸਟਮ ਨੂੰ ਅਸੀਂ ਅਡਾਪਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਰਾ ਕੰਪੈਰੀਟਿਵ ਦੇਖੋ ਨਾ ਬਾਕੀ ਸੂਬਿਆਂ ਦੇ ਅੰਦਰ, ਹਾਲਾਂਕਿ ਉਹ ਖੇਤੀ ਪ੍ਰਧਾਨ ਸੂਬੇ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉੱਥੇ ਦੀਆਂ ਸਰਕਾਰਾਂ ਨੇ ਰੁਜ਼ਗਾਰ ਪੈਦਾ ਕੀਤੇ, ਸਿਸਟਮ ਬਣਾਏ। ਸੋ ਇਹਦੀ ਜ਼ਰੂਰਤ ਹੈਗੀ ਹੈ। ਇਸ ਕਰਕੇ ਸਾਡੇ ਵਾਸਤੇ ਪ੍ਰਾਇਓਰਟੀ ਰਹੇਗੀ ਇਹਨਾਂ ਚੀਜ਼ਾਂ ਦੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ, ਭ੍ਰਸ਼ਟਾਚਾਰ ਮੁਕਤ ਕਰੀਏ, ਇੰਡਸਟਰੀ ਦਾ ਪਲਾਨ ਰੋਕੀਏ, ਇੰਡਸਟਰੀ ਵਧੇ, ਇੱਥੇ ਖੇਤੀ ਨੂੰ ਹੋਰ ਤਗੜਾ ਕਰੀਏ, ਕਿਸਾਨ ਤਗੜਾ ਕਰੀਏ, ਵਪਾਰ ਤਗੜਾ ਕਰੀਏ। ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਇਹ ਸਭ ਚੀਜ਼ਾਂ ਨਵੇਂ ਪੰਜਾਬ 'ਚ ਹੋਣੀਆਂ ਔਰ ਨਵੇਂ ਪੰਜਾਬ 'ਚ ਭਾਜਪਾ ਦੇ ਨਾਲ ਹੀ ਹੋ ਸਕਦੀਆਂ। ਇਸ ਕਰਕੇ ਅਸੀਂ ਇਹ ਨਾਅਰਾ ਦਿੱਤਾ ਹੈ, ਨਵਾਂ ਪੰਜਾਬ ਭਾਜਪਾ ਦੇ ਨਾਲ। ਸੋ ਆਸ਼ਵਸਤ ਹੈਗੇ 117 ਸੀਟਾਂ 'ਤੇ? ਬਿਲਕੁਲ 100% ਅਸੀਂ ਅਸਵਸਤ ਹੈ। ਔਰ ਮੈਂ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਕੈਮਰੇ ਦੇ ਉੱਪਰ ਇਹ ਕਹਿ ਰਿਹਾ ਹੈਗਾ ਕਿ ਪੰਜਾਬ ਭਾਰਤੀ ਜਨਤਾ ਪਾਰਟੀ, ਪੰਜਾਬੀ ਅਗਰ ਭਾਜਪਾ ਨੂੰ ਮੌਕਾ ਦਿੰਦੇ ਨੇ ਤੇ ਅਸੀਂ ਤੁਹਾਨੂੰ ਨਵਾਂ ਪੰਜਾਬ ਬਣਾ ਕੇ ਦਿਖਾਵਾਂਗੇ। ਸੋ ਇਹ ਸਨ ਸਾਡੇ ਜੀਵਨ ਗੁਪਤਾ ਜੀ, ਸੂਬਾ ਜਨਰਲ ਸਕੱਤਰ ਪੰਜਾਬ ਭਾਜਪਾ ਦੇ, ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਹਰ ਉਸ ਇਸ਼ੂ ਨੂੰ ਜੋ ਅਸੀਂ ਚੱਕਿਆ ਉਹਦੇ ਉੱਪਰ ਬੇਬਾਕ ਰਾਏ ਰੱਖੀ ਹੈ। ਕੀ ਤੁਸੀਂ ਇਹਨਾਂ ਦੀ ਰਾਏ ਤੋਂ ਸਹਿਮਤ ਹੋ? ਕਿਉਂਕਿ ਪੰਜਾਬ ਭਾਜਪਾ ਆਪਣੀ ਜ਼ਮੀਨ ਵੀ ਤਲਾਸ਼ ਰਹੀ ਹੈ ਔਰ ਆਪਣੇ ਸੈਂਟਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਵੀ ਸੰਪਰਕ 'ਚ ਹੈ ਕੈਪਟਨ ਸਾਹਿਬ ਨੂੰ ਲੈ ਕੇ। ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੜਾ ਧਮਾਕੇਦਾਰ ਹੋਣ ਵਾਲਾ ਹੈ, ਕਿਉਂਕਿ ਦੀਵਾਲੀ ਆ ਰਹੀ ਹੈ। ਦੇਖਦੇ ਹਾਂ ਕਿ ਚੰਨੀ ਸਾਹਿਬ ਧਮਾਕਾ ਕੱਲ੍ਹ ਕਰਦੇ ਨੇ ਔਰ ਇਹ ਧਮਾਕਾ ਕਦੋਂ ਕਰਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਫੇਰ ਤੋਂ ਸ਼ੁਭਕਾਮਨਾਵਾਂ ਦੀਵਾਲੀ ਦੀਆਂ ਔਰ ਬਹੁਤ ਬਹੁਤ ਸ਼ੁਕਰੀਆ।